ਸਤਿ ਸ਼੍ਰੀ ਅਕਾਲ ਜੀ। ਮੈਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪੰਜਾਬ ਅਬਰੋਡ। ਪੰਜਾਬ ਮੇਲ ਦੇ ਦਰਸ਼ਕਾਂ ਨੂੰ ਅਸੀਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਜਾਣਕਾਰੀ ਦਿੰਦੇ ਆਏ ਹਾਂ ਸਟੂਡੈਂਟ ਵੀਜ਼ੇ ਬਾਰੇ। ਸਟੂਡੈਂਟ ਵੀਜ਼ਾ ਜਿਹੜਾ ਇੱਕ ਬੜਾ ਅਹਿਮ ਇਸ ਵੇਲੇ ਹੋ ਚੁੱਕਾ। ਬਹੁਤ ਸਾਰੇ ਜਿਹੜੇ ਸਾਡੇ ਵਿਦਿਆਰਥੀ ਆ ਉਹ ਵਿਦੇਸ਼ਾਂ ਵਿੱਚ ਪੜ੍ਹਨ ਦੇ ਚਾਹਵਾਨ ਹੁੰਦੇ ਆ। ਵੱਖ-ਵੱਖ ਦੇਸ਼ ਇਹਨਾਂ ਨੂੰ ਅਪਣਾਉਂਦੇ ਆ, ਉਹਨਾਂ ਨੂੰ ਉੱਥੇ ਐਡਮਿਸ਼ਨਸ ਮਿਲਦੀਆਂ। ਅਸੀਂ ਕਦੇ ਇਹ ਸੋਚਿਆ ਵੀ ਨਹੀਂ ਸੀ ਕਿ ਯੂਕਰੇਨ ਵਿੱਚ ਵੀ ਜਿਹੜੇ ਸਟੂਡੈਂਟਸ ਆ ਉਹ ਸਾਡੇ ਭਾਰੀ ਗਿਣਤੀ ਵਿੱਚ ਉੱਥੇ ਪੜ੍ਹ ਰਹੇ ਆ। ਬਹੁਤ ਸਾਰੇ ਸਟੂਡੈਂਟਸ ਉਦੋਂ ਪਤਾ ਲੱਗਿਆ ਜਦੋਂ ਵਾਪਸ ਆਉਣੇ ਸ਼ੁਰੂ ਹੋਏ। ਕਹਿਣ ਦਾ ਮਕਸਦ ਇਹ ਆ ਕਿ ਅੱਜ ਕੋਈ ਅਜਿਹਾ ਦੇਸ਼ ਨਹੀਂ ਹੈ ਜਿੱਥੇ ਸਾਡੇ ਪੰਜਾਬ ਦੇ ਸਟੂਡੈਂਟਸ ਪੜ੍ਹਨ ਲਈ ਜਾਂਦੇ ਆ। ਪਹਿਲਾਂ ਇਹ ਹੁੰਦਾ ਸੀ ਕਿ ਇਕੱਲਾ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਯੂਕੇ ਇਹ ਕੰਟਰੀਜ਼ ਜਿਹੜੇ ਹੁੰਦੇ ਸੀਗੇ ਉਹ ਐਲੀਜੀਬਲ ਹੁੰਦੇ ਸੀ। ਪਰ ਹੁਣ ਤਾਂ ਕਹਿ ਲਓ ਕਿ ਹਰ ਥਾਂ 'ਤੇ ਜਿਹੜੇ ਸਟੂਡੈਂਟਸ ਆ ਉਹ ਅਕਸਰ ਉੱਥੇ ਐਡਮਿਸ਼ਨ ਲੈਣ ਲਈ ਜਾਂਦੇ ਆ। ਐਡਮਿਸ਼ਨ ਕਿਵੇਂ ਲੈਣੀ ਆ, ਕਿਸ ਤਰੀਕੇ ਨਾਲ ਆਪਣੇ ਆਪ ਨੂੰ ਪ੍ਰਪੇਅਰ ਕਰਨਾ, ਉਹ ਯੂਨੀਵਰਸਿਟੀ ਕਿਸ ਤਰੀਕੇ ਨਾਲ ਚੁਣਨ, ਕਿਹੜੇ ਸਬਜੈਕਟ ਉਹਨਾਂ ਨੂੰ ਲੈਣੇ ਚਾਹੀਦੇ ਆ, ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਜ਼ਿਹਨ ਵਿੱਚ ਆਉਂਦੀਆਂ। ਇਸ ਬਾਰੇ ਜਾਣਕਾਰੀ ਅਕਸਰ ਸਾਡੇ ਸਟੂਡੀਓ ਵਿੱਚ ਦਿੰਦੇ ਆਣ ਕੇ ਸਰਦਾਰ ਅਰਵਿੰਦਰਪਾਲ ਸਿੰਘ। ਅਰਵਿੰਦਰਪਾਲ ਸਿੰਘ ਇੱਕ ਇੱਥੇ ਆਪਣਾ ਕਾਰੋਬਾਰ ਵੀ ਚਲਾਉਂਦੇ ਆ ਕਿਉਂਕਿ ਇਹਨਾਂ ਦਾ ਬੜਾ ਲੰਮਾ ਤਜਰਬਾ। ਜਲੰਧਰ ਸਿਟੀ ਵਿੱਚ ਇਹਨਾਂ ਦਾ ਆਫਿਸ ਆ। ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉਹ ਇਹਨਾਂ ਦੇ ਥਰੂ ਵਿਦੇਸ਼ਾਂ ਵਿੱਚ ਪਹੁੰਚ ਚੁੱਕੇ ਆ, ਉੱਥੇ ਆਪਣਾ ਚੰਗਾ ਭਵਿੱਖ ਜਿਹੜਾ ਉਹ ਕਰ ਰਹੇ ਆ। ਅੱਜ ਸਾਡੇ ਸਟੂਡੀਓ ਵਿੱਚ ਇੱਕ ਵਾਰੀ ਫੇਰ ਅਰਵਿੰਦਰਪਾਲ ਸਿੰਘ ਹਾਜ਼ਰ ਆ। ਆਓ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰੰਧਾਵਾ ਸਾਹਿਬ ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਰਵਿੰਦਰਪਾਲ ਸਿੰਘ ਜੀ, ਜਿਵੇਂ ਕਿ ਮੈਂ ਦੱਸਿਆ ਕਿ ਸਭ ਤੋਂ ਪਹਿਲਾਂ ਆਪਾਂ ਯੂਕਰੇਨ ਦੀ ਗੱਲ ਕਰਦੇ ਹਾਂ। ਜੀ ਜੀ। ਯੂਕਰੇਨ ਦਾ ਜਿਹੜਾ ਕੀ ਤੁਸੀਂ ਸੋਚਦੇ ਹੋ ਭਵਿੱਖ ਕੀ ਹੈ ਇਸ ਵੇਲੇ? ਕੋਈ ਸਟੂਡੈਂਟ ਦੁਬਾਰਾ ਜਾਣ ਦੇ ਉੱਤੇ ਇੱਛਕ ਹੋਣਗੇ? ਕੋਈ ਹਾਲਾਤ ਠੀਕ ਹੁੰਦੇ ਆ? ਕੀ ਤੁਸੀਂ ਕੀ ਸੋਚ ਰਹੇ ਇਹਦੇ ਬਾਰੇ? ਰੰਧਾਵਾ ਸਾਹਿਬ, ਇਹ ਇਸ ਟਾਈਮ ਤੇ ਜਿਹੜੇ ਸਟੂਡੈਂਟਸ ਆਲਰੇਡੀ ਕੰਟੀਨਿਊ ਐਜੂਕੇਸ਼ਨ ਵੀ ਕਰ ਰਹੇ ਆ, ਜਿਨ੍ਹਾਂ ਦਾ ਮਤਲਬ ਸਾਲ 2 ਸਾਲ ਲੰਘ ਵੀ ਚੁੱਕੇ ਆ, ਇਹ ਬਹੁਤ ਸੈਂਸਿਟਿਵ ਹੈ ਇਸ ਟਾਈਮ ਕਿ ਇਹ ਜਿੰਨਾ ਕੁ ਲੰਬਾ ਸਮਾਂ ਇਹ ਜੰਗ ਚੱਲੇਗੀ ਇਹ ਉਸਨੇ ਤੈਅ ਕਰਨਾ ਕਿ ਉਹਦਾ ਇੰਪੈਕਟ ਕਿੰਨਾ ਕੁ ਡੀਪ ਰਹਿੰਦਾ ਆ ਜੀ। ਬਿਕੋਜ਼ ਤੁਸੀਂ ਆਪਣੀ ਐਜੂਕੇਸ਼ਨ ਦੇ ਐਂਡ 'ਤੇ ਹੋ ਔਰ ਵਾਪਸ ਜਾਣ ਦਾ ਹੌਸਲਾ ਕਰ ਪਾਉਣਾ ਇਸ ਟਾਈਮ ਤੋਂ ਉਹ ਵੀ ਹੈ ਨਹੀਂ ਹੈ। ਇਸ ਟਾਈਮ ਤੋਂ ਐਸਕੇਪ ਵਾਲਾ ਹਿਸਾਬ ਆ ਵੀ ਕਿੰਨੀ ਕੁਇਕਲੀ ਉੱਥੋਂ ਐਸਕੇਪ ਕਰ ਸਕੀਏ। ਬਟ ਦੇਖੋ ਤੁਸੀਂ ਹਰ ਇਸ ਪੂਰੇ ਰੀਜਨ ਦੇ ਵਿੱਚ ਅਗਰ ਅਸੀਂ ਯੂਕਰੇਨ ਦੀ ਐਜੂਕੇਸ਼ਨ ਦੀ ਗੱਲ ਕਰੀਏ, ਅਸੀਂ ਉਹਨੂੰ ਲਾਈਕ ਜਿਸ ਤਰੀਕੇ ਸਾਡਾ ਨੈਸ਼ਨਲ ਮੀਡੀਆ ਦੱਸ ਰਿਹਾ ਕਿ ਉਹਨੂੰ ਬਹੁਤ ਅੰਡਰ ਐਸਟੀਮੇਸ਼ਨ ਵਾਲੀ ਗੱਲ ਕਰ ਰਿਹਾ, ਬਟ ਐਕਚੁਅਲੀ ਜਿਹੜਾ ਯੂਕਰੇਨ ਆ ਉਹ 4th ਲਾਰਜੈਸਟ ਪ੍ਰੋਡਿਊਸਰ ਆਫ ਡਾਕਟਰਸ ਹੈ ਜੀ। ਔਰ ਜਿੰਨੀ ਯੂਕਰੇਨ ਦੀ ਐਜੂਕੇਸ਼ਨ ਹੈ ਲਾਈਕ ਸਾਡੇ ਇੱਥੋਂ ਸਾਰੇ ਮੈਡੀਕਲ ਸਟੂਡੈਂਟਸ ਵਾਲੇ ਜਾਂਦੇ ਆ। ਔਰ ਬਿਕੋਜ਼ ਇੰਡੀਆ ਦੀ ਪਾਪੂਲੇਸ਼ਨ ਜ਼ਿਆਦੀ ਆ ਔਰ ਉਹਦੇ ਹਿਸਾਬ ਨਾਲ ਸਾਡੇ ਕੋਲ ਜਿਹੜੀਆਂ ਮੈਡੀਕਲ ਸੀਟਸ ਆ ਬਹੁਤ ਘੱਟ ਨੇ। ਓਕੇ। ਔਰ ਨੀਟ ਦੇ ਵਿੱਚ ਅਗਰ ਔਰ ਇੱਕ ਇਹ ਸਿਲਸਿਲਾ ਸ਼ੁਰੂ ਹੁੰਦਾ ਜਦੋਂ ਬੱਚਾ ਸਕੂਲ ਵਿੱਚ ਆ। ਸਾਡੀ ਸਕੂਲਿੰਗ ਇਸ ਤਰੀਕੇ ਦੀ ਹੈ ਕਿ ਅਸੀਂ ਸਕੂਲਿੰਗ ਨੂੰ ਲੈ ਕੇ ਬਹੁਤ ਸੈਂਸਿਟਿਵ ਆ, ਬਹੁਤ ਸੀਰੀਅਸ ਆ। ਵੀ ਡੋਂਟ ਸੈਟਲ ਬਿਲੋ ਡਿਗਰੀਜ਼, ਅਸੀਂ ਉਸ ਤੋਂ ਥੱਲੇ ਗੱਲ ਹੀ ਨਹੀਂ ਕਰਦੇ। ਓਕੇ। ਇੱਕ ਹੁਸ਼ਿਆਰ ਬੱਚੇ ਨੂੰ ਟੀਚਰ ਇਸ ਕਰਕੇ ਉਹ ਮੈਡੀਕਲ ਰਖਵਾ ਦਿੰਦੇ ਆ ਕਿ ਇਹ ਹੁਸ਼ਿਆਰ ਆ, ਇਹ ਨਹੀਂ ਦੇਖਿਆ ਜਾਂਦਾ ਕਿ ਇਹਦੀ ਕੈਪੈਸਿਟੀ ਹੈਗੀ ਆ ਫਰਦਰ ਡਾਕਟਰ ਬਣਨ ਦੀ। ਓਕੇ। ਸੋ ਜਿਹੜੇ ਮਿਡਲ ਕਲਾਸ ਫੈਮਲੀਜ਼ ਆ ਉਹ ਨਾ ਤੇ ਲਾਈਕ ਅਫੋਰਡ ਕਰ ਪਾਉਂਦੇ ਨੇ ਇੱਥੋਂ ਦੀ ਐਜੂਕੇਸ਼ਨ ਨੂੰ। ਸੋ ਉਹ ਸਾਰੀਆਂ ਮਿਡਲ ਕਲਾਸ ਫੈਮਲੀਜ਼ ਦਾ ਜਿਹੜਾ ਮੈਡੀਕਲ ਵਾਲਾ ਜਿਹੜਾ ਸੁਪਨਾ ਪੂਰਾ ਕਰਦੇ ਉਹ ਇਹ ਸਾਰੀ ਬੈਲਟ ਕਰਦੀ ਹੈ। ਤੇ ਯੂਕਰੇਨ ਆ, ਰਸ਼ੀਆ ਆ, ਚਾਈਨਾ ਆ, ਬੇਲਾਰੂਸ ਆ, ਇਹ ਪੂਰੀ ਦੀ ਪੂਰੀ ਬੈਲਟ ਆ। ਔਰ ਅਗਰ ਕੱਲ ਪਰਸੋਂ ਜਿਹੜੇ ਸਾਡੇ ਇੱਥੋਂ ਦੇ ਮੈਡੀਕਲ ਐਸੋਸੀਏਸ਼ਨ ਦੇ ਜਿਹੜੇ ਡਾਇਰੈਕਟਰ ਆ ਉਹਨਾਂ ਨੇ ਵੀ ਦੱਸਿਆ ਕਿ ਜਿਹੜੇ ਵਾਪਸ ਆਉਂਦੇ ਸਟੂਡੈਂਟਸ ਆ ਉਹਨਾਂ ਦੀ ਪਾਸਿੰਗ ਪਰਸੈਂਟੇਜ ਐਜ਼ ਏ ਸਕਸੈਸਫੁਲ ਡਾਕਟਰਸ ਇਨ ਇੰਡੀਆ ਬਹੁਤ ਘੱਟ ਹੈ, ਉਹ ਸਿਰਫ 7% ਆ ਜੀ। ਬਿਕੋਜ਼ ਜਿਹੜੇ ਵੀ ਇੱਥੋਂ ਐਗਜ਼ਾਮੀਨੇਸ਼ਨ ਜਿਹੜੇ ਵੀ ਇੱਥੋਂ ਪੜ੍ਹ ਕੇ ਆਉਂਦੇ ਆ ਉਹਨਾਂ ਨੂੰ ਇੰਡੀਆ ਵਿੱਚ ਆ ਕੇ ਦੁਬਾਰਾ ਤੋਂ ਐਗਜ਼ਾਮ ਕਲੀਅਰ ਕਰਨਾ ਪੈਂਦਾ। ਦੈਟ ਹੈਜ਼ ਟੂ ਬੀ ਫੋਲੋਡ ਬਾਈ ਇੰਟਰਨਸ਼ਿਪ, ਫਿਰ ਉਹ ਡਾਕਟਰ ਬਣ ਪਾਉਂਦੇ ਆ। ਓਕੇ। ਬਟ ਇਹਦੇ ਨਾਲ ਹੀ ਜਿਹੜੇ ਬਾਕੀ ਦੇ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਉਹ ਦੂਸਰੇ ਮੁਲਕਾਂ ਦਾ ਰੁੱਖ ਕਰਦੇ। ਇੱਥੋਂ ਹੀ ਜਿਹੜੇ ਸਟੂਡੈਂਟਸ ਆ ਗਾਂ ਜਾ ਕੇ ਮੈਡੀਕਲ ਦੀ ਮੈਡੀਸਨ ਪੜ੍ਹਦੇ ਨੇ, ਜਾਂ US ਵਿੱਚ ਪੜ੍ਹਦੇ ਆ, UK ਵਿੱਚ ਪੜ੍ਹਦੇ ਆ, ਕੈਨੇਡਾ 'ਚ ਪੜ੍ਹਦੇ ਆ, ਫਰਦਰ ਆਸਟ੍ਰੇਲੀਆ 'ਚ ਪੜ੍ਹਦੇ ਆ। ਸੋ ਓਬਵੀਅਸਲੀ ਇੱਕ ਮੈਡੀਕਲ ਲਾਈਨ ਦਾ ਰੂਟ ਹੈ ਔਰ ਇਹ ਇੰਪੋਰਟੈਂਸ ਇਹਦੀ ਅਸੀਂ ਜਾਣ ਗਏ। ਬਿਲਕੁਲ। ਬਟ ਆਉਣ ਵਾਲਾ ਭਵਿੱਖ ਕਿੱਦਾਂ ਦਾ, ਇਹ ਜਿਹੜੀ ਡਿਊਰੇਸ਼ਨ ਆਫ ਵਾਰ ਆ ਐਕਚੁਅਲੀ ਉਹਨੇ ਡਿਸਾਈਡ ਕਰਨਾ ਹੈ। ਕੋਈ ਇਸ ਤਰ੍ਹਾਂ ਦਾ ਇਹਨਾਂ ਨੇ ਕੋਈ ਐਲਾਨ ਕੀਤਾ ਯੂਕਰੇਨ ਨੇ? ਮੇਰਾ ਖਿਆਲ ਤਾਂ ਉਹਨਾਂ ਕੋਲ ਇਹਨਾਂ ਵਿਚਾਰਿਆਂ ਕੋਲ ਟਾਈਮ ਹੀ ਨਹੀਂ ਹੈਗਾ। ਪਰ ਆਨਲਾਈਨ ਜੇ ਪੜ੍ਹਾਈ ਜਿਨ੍ਹਾਂ ਦੀ ਹੁਣ ਬੰਦ ਹੋ ਗਈ ਆ, ਕੋਈ ਨਹੀਂ ਫਰਦਰ ਚੱਲੇਗੀ? ਬਿਕੋਜ਼ ਇਹ ਸਾਰੀਆਂ ਚੀਜ਼ਾਂ ਇਨਫਰਾਸਟ੍ਰਕਚਰ ਦੇ ਉੱਪਰ ਹੈ ਔਰ ਇਸ ਟਾਈਮ ਤੇ ਬਿਲਡਿੰਗਸ ਤਬਾਹ ਹੋ ਰਹੀਆਂ ਨੇ। ਬਿਲਕੁਲ। ਸੋ ਇਹ ਡਿਸਟਰਕਸ਼ਨ ਸਾਈਡ ਹੈ ਇਸ ਟਾਈਮ ਦੇ ਉੱਪਰ। ਇਸ ਪਾਸੇ ਤਾਂ ਪੋਸੀਬਿਲਿਟੀ ਹੈ ਟੋਟਲ ਡੰਪ ਹੋਇਆ ਵਾ ਕੰਮ। ਇਸ ਪਾਸੇ ਦੇ ਵਿਚਾਰੇ ਦੀਆਂ ਲਾਈਟਾਂ ਜਗਦੀਆਂ ਰਹਿਣ, ਇਹਦੀ ਜਦੋਜਹਿਦ ਹੈ। ਔਰ ਅਸੀਂ ਆਨਲਾਈਨ ਇਨਫਰਾਸਟ੍ਰਕਚਰ ਦੀ ਗੱਲ ਕਰੀ, ਉਹ ਪੋਸੀਬਲ ਹੈ ਹੀ ਨਹੀਂ। ਬਹੁਤ ਸਾਰੇ ਸਟੂਡੈਂਟਸ ਨੇ ਐਕਚੁਅਲੀ ਅਪੀਲ ਕੀਤੀ ਸੀ ਯੂਨੀਵਰਸਿਟੀ ਨੂੰ ਕਿ ਸਾਨੂੰ ਆਨਲਾਈਨ ਪੜ੍ਹਾਈ ਦੇ ਦਿਓ,
ਬਟ ਯੂਨੀਵਰਸਿਟੀਜ਼ ਵੀ ਅਸਮਰਥ ਨੇ, ਉਹ ਕੈਪੇਬਲ ਨਹੀਂ ਹੈਗੀਆਂ ਇਸ ਚੀਜ਼ ਨੂੰ ਕੰਟੀਨਿਊ ਕਰਨ ਆਲਰੇਡੀ ਅਸੀਂ ਅਰਦਾਸ ਕਰਦੇ ਹਾਂ ਕਿ ਜਿਹੜੀ ਯੂਕਰੇਨ ਦੀ ਲੜਾਈ ਆ ਉਹ ਜਲਦੀ ਉਹਨਾਂ ਦਾ ਮਸਲਾ ਜਿਹੜਾ ਹੱਲ ਹੋਵੇ। ਸਾਡੇ ਸਟੂਡੈਂਟ ਵੀਜ਼ੇ ਤੇ ਜਿਹੜੇ ਲੋਕ ਜਿਹੜੇ ਬੱਚੇ ਗਏ ਆ ਉਹ ਤੇ ਹੈਗਾ ਹੀ ਹੈਗਾ, ਹੋਰ ਵੀ ਬਹੁਤ ਸਾਰੇ ਬਿਲਡਿੰਗਸ ਉੱਥੇ ਜਿਹੜੀਆਂ ਹੈਗੀਆਂ ਉਹ ਤਬਾਹ ਹੋ ਗਈਆਂ, ਢਹਿ ਢੇਰੀਆਂ ਹੋ ਗਈਆਂ, ਬਿਜ਼ਨਸ ਤਬਾਹ ਹੋ ਗਏ ਆ, ਲੋਕ ਮਰ ਰਹੇ ਆ। ਅਸੀਂ ਪੰਜਾਬ ਮੇਲ ਅਦਾਰਾ ਵੱਲੋਂ ਇਹ ਵੀ ਅਰਦਾਸ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਉੱਥੇ ਸ਼ਾਂਤੀ ਹੋਵੇ ਤੇ ਸਾਰਾ ਕੁਝ ਸਮੂਥਲੀ ਦੁਆਰ ਤੋਂ ਉੱਥੇ ਚੱਲੇ। ਇੱਕ ਵਾਰੀ ਫੇਰ ਆਪਾਂ ਰੈਗੂਲਰ ਬੇਸ ਤੇ ਜਿਹੜੇ ਹੋਰ ਕੰਟਰੀਜ਼ ਜਿਹੜੇ ਖੁੱਲ੍ਹੇ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਹੁੰਦੀ ਹੈ ਜੀ ਅਮਰੀਕਾ ਦੀ। ਅਮਰੀਕਾ 'ਚ ਫਰਜ਼ ਕੀਤਾ ਇੱਕ ਸਟੂਡੈਂਟ ਨੇ ਜਾਣਾ, ਉਹਨਾਂ ਨੂੰ ਸਾਨੂੰ ਪਤਾ ਕਿ ਉੱਥੇ ਖੁੱਲ੍ਹਿਆ ਇਸ ਵੇਲੇ, ਕਿਉਂਕਿ ਪਿਛਲੇ ਦਿਨੀ ਕੋਵਿਡ ਕਰਕੇ ਬੜੀ ਇਹ ਪ੍ਰੋਬਲਮ ਸੀਗੀ ਬੱਚਿਆਂ ਨੂੰ ਕਿ ਅਸੀਂ ਕੀ ਕਰੀਏ, ਉਹਨਾਂ ਦੇ ਭਵਿੱਖ ਉਹਨਾਂ ਨੂੰ ਐਂ ਲੱਗਣ ਲੱਗ ਪਿਆ ਸੀ ਕਿ ਧੁੰਦਲੇ ਹੋ ਗਏ। ਪਰ ਹੁਣ ਤਕਰੀਬਨ ਸਾਰੇ ਕੰਟਰੀ ਫੇਰ ਖੁੱਲ੍ਹ ਗਏ ਆ। ਅਮਰੀਕਾ 'ਚ ਇੱਕ ਬੱਚੇ ਨੇ ਜੇ ਜਾਣਾ ਹੋਵੇ, ਉਹਨੂੰ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦਾ ਧਿਆਨ ਰੱਖਣਾ ਪਊਗਾ? ਦੇਖੋ ਯੂਐਸ ਨੇ ਪੂਰੇ ਕੋਵਿਡ ਦੇ ਵਿੱਚ ਵੀ, ਅਗਰ ਅਸੀਂ ਬਾਕੀ ਕੰਟਰੀਜ਼ ਦੀ ਗੱਲ ਕਰੀਏ ਤਾਂ ਸਭ ਤੋਂ ਫਲੈਕਸੀਬਿਲਿਟੀ ਰੱਖੀ ਹੈ। ਬਾਕੀ ਸਾਰੇ ਪਾਸੇ ਕੋਵਿਡ ਦਾ ਬਹੁਤ ਜ਼ਿਆਦਾ ਇੰਪੈਕਟ ਰਿਹਾ, ਸੋ ਮਿਨੀਮਮ ਇੰਪੈਕਟ ਜਿਹੜਾ ਰਿਹਾ ਉਹ ਯੂਐਸ ਦੇ ਉੱਪਰ ਹੀ ਰਿਹਾ ਜੀ। ਸੋ ਯੂਐਸ ਦੇ ਵਿੱਚ ਲਾਈਕ ਪੂਰੇ ਲਾਕਡਾਊਨ ਦੇ ਵਿੱਚ ਵੀ ਐਮਬੈਸੀਜ਼ ਅਪਾਇੰਟਮੈਂਟ ਦਿੰਦੀਆਂ ਰਹੀਆਂ, ਔਰ ਯੈਸ ਸਟੂਡੈਂਟਸ ਟਰੈਵਲ ਵੀ ਕਰਦੇ ਰਹੇ ਆ। ਔਰ ਅਗਰ ਸਟੂਡੈਂਟ ਨੇ ਸ਼ੁਰੂਆਤ ਕਰਨੀ ਆ ਯੂਐਸ ਦੇ ਵਿੱਚ, ਬੇਸਿਕਲੀ ਜਿਹੜੇ ਸਟੂਡੈਂਟਸ ਜਾਂਦੇ ਉਹ ਮੈਚਿਓਰ ਸਟੂਡੈਂਟਸ ਦਾ ਮੁਲਕ ਜ਼ਿਆਦਾ ਮੰਨਿਆ ਜਾਂਦਾ ਹੈ, ਬਿਕੋਜ਼ ਯੂਐਸ ਨੂੰ ਬ੍ਰੇਨ ਡਰੇਨ ਕਰਨ ਵਾਲਾ ਕੰਟਰੀ ਮੰਨਿਆ ਜਾਂਦਾ। ਸਾਡੇ ਸਭ ਤੋਂ ਵੱਧ ਇੰਟੈਲੈਕਚੁਅਲ ਲੋਕ H1 ਦੇ ਉੱਪਰ ਜਾਂਦੇ ਆ, ਔਰ ਜਿਹੜੀ ਸੈਕੰਡ ਕੈਟਾਗਰੀ ਆ ਉਹ F1 ਹੈ ਜੀ। ਸੋ ਸਟੂਡੈਂਟਸ ਜਿਹੜੇ ਲਾਈਕ ਸਟੂਡੈਂਟ ਵੀਜ਼ੇ ਨੂੰ F1 ਕਹਿੰਦੇ ਯੈਸ, ਔਰ ਜਿਹੜੇ F1 ਦੇ ਉੱਪਰ ਜਿਹੜੇ ਰਿਸਰਚ ਵਾਲੇ ਸਟੂਡੈਂਟਸ ਆ ਉਹਨਾਂ ਦਾ ਮੱਕਾ ਆ ਇਹ ਬੇਸਿਕਲੀ ਜੀ। ਸੋ ਕਿਉਂਕਿ ਦੁਨੀਆ ਦੀਆਂ ਸਭ ਤੋਂ ਵੱਧ ਯੂਨੀਵਰਸਿਟੀਜ਼ ਇੱਥੇ ਆ। ਸੋ ਅਗਰ ਸਟੂਡੈਂਟਸ ਨੇ ਅੰਡਰ ਗ੍ਰੈਡ ਲੈਵਲ ਵਿੱਚ ਵੀ ਜਾਣਾ ਆ ਤੇ ਉਹ ਨਾਰਮਲ ਐਜੂਕੇਸ਼ਨ ਇੱਥੋਂ ਅਗਰ +2 ਕੀਤੀ ਆ, ਬਿਕੋਜ਼ +2 ਤੋਂ ਬਾਅਦ ਉਹ ਕਿਸੇ ਵੀ ਸਪੈਸ਼ਲਾਈਜੇਸ਼ਨ ਨੂੰ ਜਾ ਸਕਦਾ ਆ। ਸੋ ਮਾਸਟਰਸ ਲਈ ਤੁਸੀਂ ਜਿਹੜੇ ਸਟੂਡੈਂਟਸ ਜਾਂਦੇ, ਮੈਂ ਦੱਸਿਆ ਕਿ ਉਹ ਬਹੁਤ ਜ਼ਿਆਦਾ, ਅਗਰ ਉਹਨਾਂ ਨੇ ਪੜ੍ਹਾਈ ਪੜ੍ਹੀ ਨੂੰ ਸਮਾਂ ਵੀ ਹੋ ਗਿਆ, ਅਗਰ 10-12 ਸਾਲ ਉਹਨਾਂ ਨੇ ਪੜ੍ਹਾਈ ਪੜ੍ਹੀ, ਉਸ ਤੋਂ ਬਾਅਦ ਕੰਮਕਾਰ ਕੀਤਾ ਵੀ ਹੈ, ਤੇ ਉਹ ਵੀ ਇਹ ਇਕਲੌਤਾ ਕੰਟਰੀ ਹੈ ਜਿਹੜਾ ਉਹਨਾਂ ਸਟੂਡੈਂਟਸ ਨੂੰ, ਮੈਚਿਓਰ ਸਟੂਡੈਂਟਸ ਨੂੰ ਅਸੈਪਟ ਕਰਦਾ ਹੈ। ਔਰ ਜਿਹੜੀ ਚੀਜ਼ ਦਾ ਖਾਸ ਖਿਆਲ ਰੱਖਣਾ ਹੈ, ਇਹ ਜਿਹੜਾ ਯੂਐਸ ਹੈ, ਯੂਐਸ ਇਕਲੌਤਾ ਮੁਲਕ ਆ ਜਿਹੜਾ ਰਿਸਰਚ ਬੇਸਡ ਐਜੂਕੇਸ਼ਨ ਨੂੰ ਤਰਜੀਹ ਦਿੰਦਾ ਆ। ਸੋ ਅਗਰ ਸਟੂਡੈਂਟ ਅੰਬੈਸੀ ਜਾ ਰਿਹਾ ਆ, ਯੂਨੀਵਰਸਿਟੀ ਚੂਜ਼ ਕੀਤੀ, ਇੱਕ ਪ੍ਰੋਗਰਾਮ ਚੂਜ਼ ਕੀਤਾ, ਉਸ ਤੋਂ ਬਾਅਦ ਅਗਰ ਉਹਦਾ ਟੈਕਨੀਕਲ ਨੋ ਹਾਊ, ਉਹਦੀ ਇਨਫੋਰਮੇਸ਼ਨ ਇਸ ਸਾਰੇ ਪ੍ਰੋਗਰਾਮ ਬਾਰੇ ਜਾਂ ਇਹ ਪੂਰੇ ਕੰਸੈਪਟ ਬਾਰੇ ਉਹਦੀ ਰਿਸਰਚ ਘੱਟ ਹੈ, ਤੁਹਾਨੂੰ ਵੀਜ਼ਾ ਨਹੀਂ ਮਿਲਦਾ। ਸੋ ਸਟੂਡੈਂਟ ਦੀ ਰਿਸਰਚ ਬਹੁਤ ਜ਼ਰੂਰੀ ਹੈ, ਕਿਸੇ ਵੀ ਸਬਜੈਕਟ ਵਿੱਚ ਜਾ ਸਕਦਾ ਹੈ। ਔਰ ਕਮਿਊਨੀਕੇਸ਼ਨ ਇਹਦੇ 'ਚ, ਔਰ ਇੱਕ ਤਾਂ ਕਮਿਊਨੀਕੇਸ਼ਨ ਹੈ, ਇੱਕ ਰਿਸਪੌਂਸਿਵ ਕਮਿਊਨੀਕੇਸ਼ਨ, ਬਿਕੋਜ਼ ਇਹ ਉਹ ਜਗ੍ਹਾ ਹੈ ਜਿੱਥੇ ਵੀਜ਼ਾ ਆਫਿਸਰ ਨੇ ਤੁਹਾਡੇ ਨਾਲ ਸਿਰਫ ਗੱਲਬਾਤ ਕਰਕੇ ਫਾਈਨਲੀ ਅਸੈਸ ਕਰਨਾ ਹੈ। ਉਸ ਤੋਂ ਪਹਿਲਾਂ ਦਾ ਪੈਰਾਮੀਟਰ ਸਾਰੀ ਯੂਨੀਵਰਸਿਟੀ ਤੈਅ ਕਰ ਰਹੀ ਹੈ। ਸੋ ਫਾਈਨਲੀ ਇਹਦੇ 'ਚ ਇੰਟਰਵਿਊ ਬਹੁਤ ਅਹਿਮ ਰਹਿੰਦੀ ਹੈ। ਸਭ ਤੋਂ ਪਹਿਲਾਂ ਆਪਾਂ ਇਹਦੇ 'ਚ ਹਲੇ ਮੈਂ ਤੁਹਾਡੀ ਗੱਲ ਕੱਟ ਰਿਹਾ, ਮੈਂ ਇਹ ਚਾਹੁੰਦਾ ਕਿ ਕਿਸ ਲੈਵਲ ਤੱਕ ਜਿਹੜਾ ਸਟੂਡੈਂਟ ਆ ਉਹ ਇੱਥੋਂ ਇੰਡੀਆ ਤੋਂ ਅਮਰੀਕਾ ਜਾ ਸਕਦਾ, ਕਿੰਨੀ ਉਹਦੀ ਐਜੂਕੇਸ਼ਨ ਇੱਥੇ ਪੂਰੀ ਹੋਈ ਹੋਵੇ? ਬੇਸਿਕਲੀ ਜਿਹੜਾ ਸਟੂਡੈਂਟ ਕਿਸੇ ਵੀ ਲੈਵਲ ਦੇ ਉੱਪਰ ਜਾ ਸਕਦਾ, ਬਟ ਜਿਹੜੇ ਸਟੂਡੈਂਟ +2 ਤੋਂ ਬਾਅਦ ਮਿਨੀਮਮ ਸਕੂਲਿੰਗ ਲਈ ਵੀ ਜਾ ਸਕਦੇ ਹੋ, ਬਟ ਉਹ ਪ੍ਰੈਫਰਡ ਨਹੀਂ ਹੈਗਾ, ਬਿਕੋਜ਼ ਉਹਦੇ 'ਚ ਤੁਹਾਡਾ ਕੋਈ ਨਾ ਕੋਈ ਉੱਥੇ ਗਾਰਡੀਅਨ ਹੈਗਾ। ਯੈਸ, ਤਾਂ ਪੋਸੀਬਲ ਆ, ਫੈਮਲੀਜ਼ ਲਈ ਪੋਸੀਬਲ ਆ। ਸੋ ਅਗਰ ਤੁਸੀਂ +2 ਕੀਤੀ ਹੈ, ਯੈਸ ਇੰਡੀਪੈਂਡੈਂਟਲੀ ਤੁਸੀਂ ਜਾ ਸਕਦੇ ਹੋ, ਕਿਸੇ ਵੀ +2 ਕੀਤੀ ਹੋਵੇ। ਔਰ ਇੱਕ ਸਮਾਂ ਸੀ, ਬਿਕੋਜ਼ ਜਿਹੜੀ ਓਵਰਸੀਜ਼ ਐਜੂਕੇਸ਼ਨ ਹੈ USA ਪਾਇਨੀਅਰ ਸ਼ੁਰੂਆਤ ਕਿਹਨੇ ਕੀਤੀ ਹੈ। ਟੋਫਲ ਬਹੁਤ ਸਮਾਂ ਪਹਿਲਾਂ ਦਾ ਆਇਆ, ਆਈਲੈਟਸ ਵਾਲੇ ਕੁਝ ਸਾਲਾਂ ਦੀ ਕਹਾਣੀ ਹੈ। ਸੋ ਸਭ ਤੋਂ ਪਹਿਲਾਂ ਇੱਕ ਟੈਸਟ ਆਫ ਇੰਗਲਿਸ਼ ਐਜ਼ ਅ ਫੋਰਨ ਲੈਂਗੁਏਜ ਇਹ ਲਿਆ ਜਾਂਦਾ ਸੀ ਕਿ ਸਟੂਡੈਂਟ ਦਾ ਇੰਗਲਿਸ਼ ਦਾ ਲੈਵਲ ਕਿਸ ਤਰੀਕੇ ਦਾ ਹੈ। ਉਸ ਤੋਂ ਬਾਅਦ ਜਿਹੜੇ ਇੰਜੀਨੀਅਰਿੰਗ ਸਟੂਡੈਂਟ ਆ ਉਹਨਾਂ ਨੂੰ GRE ਲੈਂਦੇ ਸੀ, GMAT ਲੈਂਦੇ ਸੀ। ਸੋ ਸੈਟ ਦਾ ਪੇਪਰ ਹੁੰਦਾ ਸੀ। ਬਟ ਹੁਣ ਇਦਾਂ ਦਾ ਸਮਾਂ ਹੈ ਕਿ ਬਹੁਤ ਸਾਰੀਆਂ ਯੂਨੀਵਰਸਿਟੀਜ਼ ਅਗਰ ਸਟੂਡੈਂਟ ਦੇ ਕੋਲ ਇਹਨਾਂ ਟੈਸਟ ਨਹੀਂ ਵੀ ਦਿੱਤੇ, ਸਟੂਡੈਂਟ ਨੂੰ ਅਸੈਪਟ ਕਰ ਲੈਂਦੀਆਂ ਜੀ। ਸੋ ਅਗਰ ਤੁਸੀਂ ਕੋਈ ਸੈਟ ਕੀਤਾ, GRE ਕੀਤੀ, GMAT ਕੀਤਾ, ਤਾਂ ਯੈਸ ਤੁਹਾਨੂੰ ਜਿਹੜੀਆਂ ਯੂਨੀਵਰਸਿਟੀ ਉਹ ਹਾਇਰ ਰੈਂਕਿੰਗ ਵਾਲੀਆਂ ਯੂਨੀਵਰਸਿਟੀਜ਼ ਮਿਲਦੀਆਂ। ਕਹਿੰਦਾ ਵੀ +2 ਵਾਲਾ ਬੱਚਾ ਜਿਹੜਾ ਉਹ ਬਾਹਰ ਅਮਰੀਕਾ ਜਾ ਸਕਦਾ, ਬਿਲਕੁਲ ਕਿਤੇ ਵੀ ਜਾ ਸਕਦਾ, ਕਿਸੇ ਵੀ ਐਜੂਕੇਸ਼ਨ 'ਚ ਜਾ ਸਕਦਾ। ਠੀਕ ਹੈ, ਉਹਨੂੰ +2 ਦਾ ਜੇ ਉਹਨੇ ਕਰ ਲਿਆ, ਉਹਨੂੰ ਸਭ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ, ਕੀ ਕਰਨਾ ਚਾਹੀਦਾ ਉਹਨੂੰ ਪ੍ਰੈਕਟੀਕਲੀ? ਦੇਖੋ ਉੱਥੇ ਯੂਨੀਵਰਸਿਟੀ ਸਰਚ ਕਰਨੀ, ਇੱਕ ਸਰਕਾਰੀ ਏਜੰਸੀ ਹੈ। ਯੂਨੀਵਰਸਿਟੀ ਸਰਚ ਕਿਵੇਂ ਹੁੰਦੀ ਹੈ? ਯੂਨੀਵਰਸਿਟੀ ਤੁਸੀਂ ਗੂਗਲ ਤੇ ਕਰ ਸਕਦੇ ਹੋ, ਬਟ ਇੱਕ ਸਰਕਾਰੀ ਏਜੰਸੀ ਹੈ ਜਿਹੜੀ ਕਿ ਐਮਬੈਸੀ ਦਾ ਵਿੰਗ ਹੈ, ਐਜੂਕੇਸ਼ਨ USA। ਐਜੂਕੇਸ਼ਨ USA ਪੂਰੀ ਦੁਨੀਆ ਦੇ ਸਟੂਡੈਂਟਸ ਨੂੰ, ਔਰ ਕਮ ਸੇ ਕਮ ਹਰ ਜਿਹੜੇ ਕੌਂਸੂਲੇਟ ਆ ਉਹਦੇ ਨਾਲ ਜਿਹੜਾ ਐਜੂਕੇਸ਼ਨ USA ਜੁੜਿਆ ਹੈ, ਉਹ ਲੋਕਲ ਸਟੂਡੈਂਟਸ ਲਈ ਲਗਾਤਾਰ ਵੈਬੀਨਾਰ ਕਰਦਾ ਆ, ਲਗਾਤਾਰ ਟ੍ਰੇਨਿੰਗ ਸੈਸ਼ਨ। ਵੈਬੀਨਾਰ ਦਾ ਤੁਹਾਡਾ ਮਤਲਬ ਇਹ ਆ ਕਿ ਆਨਲਾਈਨ ਗੱਲਬਾਤ ਹੋ ਜਾਂਦੀ ਆ, ਉਧਰੋਂ ਗਾਈਡ ਕਰਦੇ ਆ, ਇਧਰੋਂ ਤੁਸੀਂ ਸੁਣ ਸਕਦੇ ਹੋ, ਜੁੜੇ ਹੁੰਦੇ ਆ। ਹਾਂਜੀ ਬਿਲਕੁਲ ਠੀਕ। ਉਹਦੇ ਲਈ ਕੋਈ ਉਹਨਾਂ ਨੂੰ ਕਰਨਾ ਪੈਂਦਾ ਕੋਈ
ਤੁਸੀਂ ਐਜੂਕੇਸ਼ਨ ਯੂਐਸਏ ਨੇ ਸਾਈਨ ਅਪ ਕਰਨਾ ਪੈਂਦਾ ਜਾਂ ਕੁਝ? ਐਜੂਕੇਸ਼ਨ ਯੂਐਸਏ ਨਾਲ ਰਜਿਸਟਰ ਕਰ ਲਓ। ਸੋ ਆਬਵੀਅਸਲੀ ਸੋਸ਼ਲ ਮੀਡੀਆ ਦੇ ਉੱਪਰ ਵੀ ਇਹ ਸਾਰੇ ਅਵੇਲੇਬਲ ਨੇ। ਓਕੇ ਔਰ ਉਹਦੇ ਵਿੱਚ ਪਾਰਟਨਰ ਯੂਨੀਵਰਸਿਟੀਜ਼ ਵੀ ਪਾਰਟਨਰ ਨੇ। ਓਕੇ ਔਰ ਉਹਨਾਂ ਨੇ ਟਰਾਈ ਹੁੰਦੀ ਕਿ ਮੈਕਸਿਮਮ ਜਿਹੜੀਆਂ ਸਟੇਟ ਯੂਨੀਵਰਸਿਟੀਜ਼ ਆ ਉਹਨਾਂ ਨੂੰ ਉਹਦਾ ਪਾਰਟਿਸਿਪੈਂਟ ਬਣਾਉਂਦੇ ਨੇ। ਔਰ ਉਹ ਯੂਨੀਵਰਸਿਟੀਜ਼ ਆਪਣੇ ਕੁਰਿਕੂਲਮ ਬਾਰੇ, ਪ੍ਰੋਗਰਾਮ ਬਾਰੇ, ਆਪਣੇ ਹਰ ਕੰਟੈਂਟ ਬਾਰੇ ਉਹ ਸਟੂਡੈਂਟਸ ਨਾਲ ਰੂਬਰੂ ਕਰਦੀਆਂ ਨੇ। ਔਰ ਇੱਥੇ ਇੱਕ ਮੌਕਾ ਹੁੰਦਾ ਸਟੂਡੈਂਟਸ ਕੋਲ ਕਿ ਉਹ 1-to-1 ਜਿਹੜੇ ਸੈਸ਼ਨਸ ਵਿੱਚ ਹਿੱਸਾ ਲੈ ਸਕਦੇ ਆ ਉੱਥੇ। ਜੀ ਜੀ। ਅੱਛਾ, ਮੈਨੂੰ ਇਹ ਦੱਸਿਓ ਕਿ ਜਦੋਂ ਯੂਨੀਵਰਸਿਟੀ ਚੁਣਨੀ ਆ, ਇਹ ਸਟੂਡੈਂਟ ਤੇ ਡਿਪੈਂਡੈਂਟ ਹੁੰਦਾ ਕਿ ਵੀ ਕਿਹੜੀ ਚੁਣਨੀ ਹੈ, ਕਿ ਪਰਟੀਕੂਲਰ ਯੂਨੀਵਰਸਿਟੀਜ਼ ਆ ਵੀ ਉਹੀ ਯੂਨੀਵਰਸਿਟੀਆਂ ਜਿਹੜੀਆਂ ਇਹਨਾਂ ਨੂੰ ਸਾਧਦੀਆਂ? ਨਹੀਂ, ਸਟੂਡੈਂਟ ਦੀ ਆਪਣੀ ਮਰਜ਼ੀ ਵੀ ਹੋ ਸਕਦੀ, ਬਿਕੋਜ਼ ਯੂਐਸਏ ਅਸੀਂ ਕੈਪੀਟਲਿਜ਼ਮ ਲਾਈਕ ਜਿਹੜੀ ਉਹ ਵਾਲਾ ਮੁਲਕ ਹੈ। ਸੋ ਕੈਪੀਟਲਿਸਟ ਇਕਨੋਮੀ ਹੈ ਇੱਥੇ। ਸੋ ਇੱਥੇ ਪਬਲਿਕ ਪ੍ਰਾਈਵੇਟ ਦਾ ਬਹੁਤ ਜ਼ਿਆਦਾ ਨੈਗੋਸ਼ੀਏਸ਼ਨ, ਜਿੱਦਾਂ ਅਸੀਂ ਕੈਨੇਡਾ 'ਚ ਗੱਲ ਕਰਦੇ ਹਾਂ, ਕੈਨੇਡਾ 'ਚ ਸਿਰਫ ਪਬਲਿਕ ਕਾਲਜਸ ਦੀ ਗੱਲ ਕਰਦੇ, ਪ੍ਰਾਈਵੇਟ ਕਾਲਜਸ ਨੂੰ ਅਸੀਂ ਇਗਨੋਰ ਕਰਦੇ ਹਾਂ। ਓਕੇ ਸੋ ਯੂਐਸ ਵਿੱਚ ਇਸ ਤਰੀਕੇ ਦਾ ਨਹੀਂ ਹੈਗਾ। ਯੂਐਸ ਵਿੱਚ ਪ੍ਰਾਈਵੇਟ ਇੰਸਟੀਟਿਊਸ਼ਨਸ ਵੀ ਬਹੁਤ, ਯੂਨੀਵਰਸਿਟੀਜ਼ ਬਹੁਤ ਚੰਗੀਆਂ ਨੇ। ਜੀ ਜੀ। ਸੋ ਅਲਟੀਮੇਟਲੀ ਸਟੂਡੈਂਟ ਨੂੰ ਜਦੋਂ ਅਪਲਾਈ ਕਰਨਾ ਹੈ, ਜਿਹੜਾ ਇੱਕ ਮੂਲ ਮੰਤਰ ਹੈ ਕਿ ਸਟੂਡੈਂਟ ਨੇ ਇੱਕ ਯੂਨੀਵਰਸਿਟੀ ਅਪਲਾਈ ਕਰਕੇ ਨਹੀਂ ਬਹਿ ਜਾਣਾ। ਜੀ ਜੀ। ਬਿਕੋਜ਼ ਇਹ ਯੂਨੀਵਰਸਿਟੀ, ਮੇਰਾ ਮਕਸਦ ਇਹੀ ਸੀ ਪੁੱਛਣ ਦਾ। ਸੋ ਸਟੂਡੈਂਟ ਨੂੰ ਯੂਨੀਵਰਸਿਟੀ ਰਿਜੈਕਸ਼ਨ ਵੀ ਬਹੁਤ ਮਿਲਦੀਆਂ ਨੇ। ਜੀ ਜੀ ਜੀ। ਸੋ ਇੱਕ ਸਟੂਡੈਂਟ ਨੂੰ ਕਮ ਸੇ ਕਮ 4-5 ਯੂਨੀਵਰਸਿਟੀਜ਼ ਅਪਲਾਈ ਕਰਨੀਆਂ ਹੈ। ਓਕੇ ਐਂਡ ਤੁਸੀਂ ਯਕੀਨ ਮੰਨੋ ਕਿ ਬਹੁਤ ਸਾਰੇ ਸਟੂਡੈਂਟਸ ਵਾਪਸ ਆਉਂਦੇ ਇੰਟਰਵਿਊਜ਼ ਤੋਂ ਇਹ ਚੀਜ਼ ਨੂੰ ਇਗਨੋਰ ਕੀਤਾ ਹੁੰਦਾ। ਔਰ ਜਦੋਂ ਤੁਸੀਂ ਇੰਟਰਵਿਊ ਪ੍ਰੈਪਰੇਸ਼ਨ ਕਰਦੇ ਹੋ, ਤੁਸੀਂ ਕਿਸੇ ਵੀ ਪੋਰਟਲ ਤੇ ਜਾਓਗੇ, ਕਿਸੇ ਵੀ ਪਲੇਟਫਾਰਮ ਦੇ ਉੱਪਰ ਜਾਓਗੇ, ਹਰ ਦੂਜਾ ਸਵਾਲ ਜਿਹੜਾ ਵੀਜ਼ਾ ਆਫਿਸਰ ਵੱਲੋਂ ਪੁੱਛਿਆ ਜਾਣ ਵਾਲਾ ਉਹ ਇਹ ਹੁੰਦਾ ਆ ਕਿ ਯੂਨੀਵਰਸਿਟੀਆਂ ਕਿੰਨੀਆਂ ਅਪਲਾਈ ਕੀਤੀਆਂ, ਕਿੰਨਿਆਂ ਨੇ ਤੈਨੂੰ ਅਸੈਪਟ ਕੀਤਾ, ਕਿੰਨਿਆਂ ਨੂੰ ਤੈਨੂੰ ਰਿਜੈਕਟ ਕੀਤਾ। ਸੋ ਸਟੂਡੈਂਟ ਜਿਹੜੀ ਰਿਸਰਚ ਓਰੀਐਂਟੇਸ਼ਨ ਉਹ ਇੱਥੋਂ ਸ਼ੁਰੂ ਹੋ ਜਾਂਦੀ ਕਿ ਸਟੂਡੈਂਟ ਰਿਸਰਚ ਓਰੀਐਂਟਡ ਕਿੰਨਾ ਕੁ ਹੈ। ਓਕੇ, ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਵਾਕਈ ਇਹ ਸੀਰੀਅਸ ਹੈ ਯੈਸ ਬਾਹਰ ਜਾਣ ਲਈ, ਇਹਨੂੰ ਆਪਣੇ ਕੈਰੀਅਰ ਦੀ ਹੈਗੀ ਹੈ ਚਿੰਤਾ, ਉਸ ਕਰਕੇ ਇਹ ਜਿਹੜਾ ਮਤਲਬ ਕਈ ਯੂਨੀਵਰਸਿਟੀਜ਼ ਨੂੰ ਅਪਲਾਈ, ਇਹ ਚੰਗੀ ਗੱਲ ਹੈ, ਪਲੱਸ ਪੁਆਇੰਟ ਹੈ। ਮਾੜੀ ਗੱਲ ਨਹੀਂ, ਜੇ ਉਹਨਾਂ ਨੂੰ ਦੱਸ ਵੀ ਦੇ, ਝੂਠ ਬੋਲ ਨਹੀਂ ਸਕਦੇ। ਹਾਂ, ਝੂਠ ਐਮਬੈਸੀ ਜਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਨਹੀਂ ਜੀ ਅਸੀਂ ਤਾਂ ਇੱਕ ਹੀ ਕੀਤੀ ਆ। ਜੋ ਕੀਤਾ ਉਹ ਦੱਸੋ ਉਹਨਾਂ ਦੇ ਰੈਕੋਰਡ 'ਚ। ਯੈਸ, ਸਿੱਧੀ ਗੱਲ ਆ, ਝੂਠ ਕਦੇ ਨਾ ਬੋਲੋ। ਬਿਲਕੁਲ, ਬਿਕੋਜ਼ ਇਹ ਸਾਰੀਆਂ ਸਟੂਡੈਂਟ ਦੀ ਜਿਹੜੀ ਐਕਟੀਵਿਟੀ ਉਹਨੇ ਯੂਨੀਵਰਸਿਟੀ ਲਾਈਕ ਜਦੋਂ ਚੂਜ਼ ਕੀਤੀ ਹੈ, ਉਹਦਾ ਇੱਕ ਸੈਵਿਸ ਨੰਬਰ ਹੁੰਦਾ ਜੀ, ਉਹ ਸੈਵਿਸ ਆਈਡੀ ਉਹਦੀ ਜਨਰੇਟ ਹੁੰਦੀ ਹੈ ਔਰ ਸੈਵਿਸ ਫੀਸ ਪੇ ਕਰਕੇ ਸਟੂਡੈਂਟ ਨੇ ਜਾਣਾ ਹੁੰਦਾ ਹੈ। ਔਰ ਜਦੋਂ ਵੀ ਕੋਈ ਸਟੂਡੈਂਟ ਐਮਬੈਸੀ ਪਹੁੰਚਦਾ ਆ, ਉਹਦੇ ਕੋਲੋਂ ਯੂਨੀਵਰਸਿਟੀ ਦੀ ਰਿਕਾਰਡ ਬਾਅਦ ਚ ਮੰਗਿਆ ਜਾਂਦਾ, ਪਹਿਲਾਂ ਸੈਵਿਸ ਆਈਡੀ ਮੰਗਿਆ ਜਾਂਦਾ, ਉਤੋਂ ਹੀ ਯੂਨੀਵਰਸਿਟੀ ਦਾ ਜਿਹੜਾ ਇਨਫੋਰਮੇਸ਼ਨ ਐਕਸੈਸ ਕਰਦਾ ਜਿਹੜਾ ਵੀਜ਼ਾ ਆਫਿਸਰ ਹੈ। ਸੋ ਅਲਟੀਮੇਟਲੀ ਸਟੂਡੈਂਟ ਨੂੰ ਰਿਸਰਚ ਇਹ ਵੇਖਿਆ ਜਾਂਦਾ ਕਿ ਸਟੂਡੈਂਟ ਨੇ ਜਦੋਂ ਯੂਨੀਵਰਸਿਟੀ ਚੂਜ਼ ਕੀਤੀ, ਇਹਦਾ ਜਿਹੜਾ ਪ੍ਰੋਗਰਾਮ ਹੈ, ਇਹਦਾ ਜਿਹੜਾ ਇੰਟਰਸਟ ਹੈ, ਉਹ ਸਾਰੇ ਪਾਸੇ ਕਾਮਨ ਸੀ ਜੀ ਜੀ, ਜਾਂ ਕਿਸੇ ਯੂਨੀਵਰਸਿਟੀ ਦੇ ਖੁਦ ਦੇ ਤਰੀਕੇ ਨਾਲ ਸੀ, ਚਲ ਇੱਥੇ ਮੈਂ ਆਹ ਕਰ ਲਵਾਂ ਜਾਂ ਇੱਥੇ ਆਹ ਕਰ ਲਵਾਂ। ਓਕੇ, ਸੋ ਜਿਹੜਾ ਮੂਲ ਮੰਤਰ ਆ ਯੂਐਸਏ ਦਾ ਐਜੂਕੇਸ਼ਨ ਦੇ ਵਿੱਚ, ਉਹ ਸਟੂਡੈਂਟ ਦੀ ਰਿਸਰਚ ਹੈ, ਜਿੰਨਾ ਰਿਸਰਚ ਓਰੀਐਂਟਡ ਸਟੂਡੈਂਟ ਹੈ। ਗੱਲ ਸਮਝ ਗਿਆ ਤੁਹਾਡੀ। ਇਹ ਦੱਸੋ ਕਿ ਇਹ ਕੋਈ ਪਾਰਟਿਕੂਲਰ ਸਬਜੈਕਟਸ ਵੀ ਹੁੰਦੇ ਆ ਜਿਹੜੇ ਉਹਨਾਂ ਨੇ ਚੂਜ਼ ਕਰਨੇ ਹੁੰਦੇ ਆ, ਕਿ ਜੇ ਫਰਜ਼ ਕੀਤਾ ਇੱਕ ਯੂਨੀਵਰਸਿਟੀ ਦੇ ਸਬਜੈਕਟ ਉਹਨੇ ਕੋਈ ਹੋਰ ਲੈ ਲਏ, ਦੂਜੇ 'ਚ ਹੋਰ ਭਰਤੇ, ਇਹਨੂੰ ਕੀ ਉਹਦੇ ਬਾਰੇ ਤੁਸੀਂ ਕੀ ਨਹੀਂ, ਇਹ ਬਹੁਤ ਜ਼ਿਆਦਾ ਇਹ ਹਾਲੇ ਇਸ ਲੈਵਲ ਤੱਕ ਜਿਹੜੀ ਹੈ ਸਟੂਡੈਂਟ ਦੀ ਲਾਈਕ ਇਨਵੈਸਟੀਗੇਸ਼ਨਸ ਨਹੀਂ ਹੁੰਦੀਆਂ। ਸੋ ਸਟੂਡੈਂਟ ਜਦੋਂ ਦੱਸ ਰਿਹਾ ਉਦੋਂ ਉਹਦੇ ਉੱਪਰ ਮੈਟਰ ਕਰਦਾ ਆ ਜੀ, ਕਿ ਉਹ ਇਹ ਨਾ ਕਹੇ ਕਿ ਇਹ 'ਚ ਮੈਂ ਕੈਮਿਸਟਰੀ ਚੂਜ਼ ਕੀਤੀ ਸੀ, ਇਹ 'ਚ ਮੈਂ ਬਾਇਓ ਚੂਜ਼ ਕੀਤੀ ਸੀ। ਦੈਟਸ ਵਾਟ ਆਮ ਸੇਇੰਗ। ਸੋ ਉਹ ਸਟੂਡੈਂਟ ਦਾ ਰਿਸਰਚ ਹੈ ਉਸ ਟਾਈਮ ਦੇ ਉੱਪਰ, ਉਹ ਪ੍ਰੋਗਰਾਮ ਨੂੰ ਲੈ ਕੇ ਅਗਰ ਅਲੱਗ ਵੀ ਹੈ, ਤਾਂ ਉਹ ਜਦੋਂ ਤੁਸੀਂ ਵੀਜ਼ਾ ਅਫਸਰ ਨਾਲ ਗੱਲਬਾਤ ਕਰ ਰਹੇ ਹੋ, ਉੱਥੇ ਤੁਹਾਡਾ ਸਾਰੀ ਕਨਸੈਂਟਰੇਸ਼ਨ ਇੱਕ ਪਾਸੇ ਜਾਣੀ ਚਾਹੀਦੀ ਹੈ ਕਿ ਪ੍ਰੋਗਰਾਮ ਸੁਪਰੀਮ ਆ, ਇਹਦੇ ਨਾਲ ਮੇਰਾ ਕਰੀਅਰ ਬਹੁਤ ਜਿਹੜਾ ਜੁੜਿਆ ਹੋਇਆ ਜਾਂ ਫਿਊਚਰ ਜਿਹੜਾ ਜੁੜਿਆ ਹੋਇਆ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਜੇ ਤੁਸੀਂ ਵੀਜ਼ਾ ਲੈਣਾ, ਮਤਲਬ ਕੋਸ਼ਿਸ਼ ਇਹ ਹੋਵੇ ਜੇ ਉਧਰ ਇੱਕ ਸਬਜੈਕਟ ਉਧਰ ਵੀ ਇੱਕ ਉਹੀ ਸਬਜੈਕਟ ਸੇਮ ਕਰੇ, ਤਾਂ ਕਿ ਵੀਜ਼ਾ ਆਫਿਸਰ ਜਿਹੜਾ ਹੈਗਾ ਉਹਨੂੰ ਹੋਵੇ ਵੀ ਇਹ ਬੰਦਾ ਸੀਰੀਅਸ ਆ, ਇਹਨੇ ਇਹੋ ਕੰਮ ਕਰਨਾ ਉੱਥੇ ਜਾ ਕੇ। ਉਸ ਕਰਕੇ ਉਹਨੂੰ ਇਹ ਨਹੀਂ ਵੀ ਇੱਧਰ ਹੋਰ ਸਬਜੈਕਟ ਚੂਜ਼ ਕਰ ਲੈ, ਇੱਧਰ ਹੋਰ ਕਰ ਲੈ, ਦੂਜੀ ਉਹਦੇ ਨਾਲ ਕੀ ਹੈ ਕਿ ਵੀਜ਼ਾ ਆਫਿਸਰ ਨੂੰ ਤੁਹਾਡਾ ਵੀਜ਼ਾ ਓਰੀਐਂਟੇਸ਼ਨ ਨਹੀਂ ਦਿਸ ਰਹੀ, ਤੁਹਾਡੀ ਪ੍ਰੋਗਰਾਮ ਵੱਲ ਜਿਹੜਾ ਇੰਟਰਸਟ ਆ ਉਹ ਜ਼ਿਆਦਾ ਦਿਸ ਰਿਹਾ। ਬਿਲਕੁਲ, ਵੀ ਇਹ ਸੀਰੀਅਸ ਆ ਪੜ੍ਹਾਈ 'ਚ ਤੇ ਇਹਨੇ ਇਹੋ ਕੁਝ ਕਰਨਾ। ਇਸ ਕਰਕੇ ਯੂਨੀਵਰਸਿਟੀ ਦਾ ਵੀ ਕੋਈ ਹੁੰਦਾ ਕਿ ਵੀ ਉੱਥੇ ਸਪੈਸ਼ਲਿਟੀ ਹੁੰਦੀ ਉਹਨਾਂ ਦੀ, ਵੀ ਤੁਸੀਂ ਸਾਇੰਸ ਪੜ੍ਹਨੀ ਹੈ ਕਿਤੇ ਇੱਧਰ ਜਾਓ, ਜਾਂ ਇੰਜੀਨੀਅਰਿੰਗ ਕਰਨੀ ਹੈ ਤਾਂ ਇੱਧਰ ਜਾਓ, ਜਾਂ ਕੋਈ ਆਰਟਸ ਕਰਨਾ ਜਾਂ ਮੈਡੀਕਲ ਲੈਣਾ, ਕੁਝ ਵੀ। ਜਨਰਲੀ ਯੂਐਸ ਯੂਨੀਵਰਸਿਟੀਜ਼ ਹਿਊਜ, ਬਹੁਤ ਵੱਡੀਆਂ ਨੇ, ਬਿਕੋਜ਼ ਅਸੀਂ ਅਗਰ ਪੂਰੀ ਦੁਨੀਆ ਦੇ ਬਾਕੀ ਯੂਨੀਵਰਸਿਟੀਜ਼ ਨੂੰ ਕੰਪੈਰੀਜ਼ਨ ਕਰੀਏ ਨਾ, ਉੱਥੇ ਯੂਨੀਵਰਸਿਟੀਜ਼ ਨਾਰਮਲੀ ਇਸ ਸਟਰਕਚਰ 'ਚ ਮਿਲਦੀਆਂ ਨੇ। ਜੀ ਜੀ, ਯੂਐਸ ਵਿੱਚ ਯੂਨੀਵਰਸਿਟੀਜ਼ ਇਸ ਸਟਰਕਚਰ 'ਚ ਮਿਲਦੀਆਂ ਨੇ। ਸੋ ਜਿਹੜੇ ਯੂਨੀਵਰਸਿਟੀ ਕੈਂਪਸ ਨੇ ਉਹ ਵੱਡੇ ਨੇ। ਸੋ ਔਰ ਜਿਹੜੀ ਯੂਐਸ ਦੇ ਵਿੱਚ ਯੂਨੀਵਰਸਿਟੀਜ਼ ਜਿਹੜੀਆਂ ਤੁਹਾਨੂੰ ਲਾਈਕ 200 ਸਾਲ ਪੁਰਾਣੀ, 100 ਸਾਲ ਪੁਰਾਣੀ, ਇਹ ਆਮ ਮਿਲ ਜਾਏਗੀ ਆ। ਜਿੰਨੀ ਯੂਨੀਵਰਸਿਟੀ ਪੁਰਾਣੀ ਹੋਏਗੀ ਉਹਦੀ ਰੈਂਕਿੰਗ ਚੰਗੀ ਹੈ, ਔਰ ਆਬਵੀਅਸਲੀ ਉਹਦੀ ਰਿਸਰਚ ਔਨ ਸਬਜੈਕਟ, ਇਹ ਸਭ ਤੋਂ ਇੰਪੋਰਟੈਂਟ ਆ ਕਿ ਜਿੰਨੀਆਂ ਯੂਨੀਵਰਸਿਟੀਜ਼ ਪੁਰਾਣੀਆਂ ਨੇ ਉਨੀ ਸਬਜੈਕਟਿਵ ਰਿਸਰਚ ਦੇ ਵਿੱਚ ਉਹ ਜ਼ਿਆਦੀਆਂ ਨੇ। ਯੈਸ, ਉਹ ਸਪੈਸ਼ਲਾਈਜ਼ਡ ਐਜੂਕੇਸ਼ਨ ਫਿਰ ਸਟੂਡੈਂਟ ਨੂੰ ਪ੍ਰੋਵਾਈਡ ਕਰਦੀਆਂ ਨੇ। ਸਬਜੈਕਟ ਚੁਣ ਲਏ ਉਹਨੇ, ਆਪਣਾ ਵਿਸ਼ਾ ਚੁਣ ਲਿਆ ਉਹਨੇ, ਸਿਲੈਕਟ ਕਰ ਲਿਆ, ਯੂਨੀਵਰਸਿਟੀ ਉਹਨੇ ਸਿਲੈਕਟ ਕਰ ਲਈ, ਪੇਪਰ ਵਰਕਸ ਕਿੱਥੋਂ ਸ਼ੁਰੂ ਹੁੰਦਾ? ਅਲਟੀਮੇਟਲੀ ਤੁਹਾਨੂੰ ਸਰਕਾਰੀ ਪੋਰਟਲ ਦੇ ਉੱਪਰ ਆਪਣਾ ਰਜਿਸਟਰ ਕਰਨਾ ਪੈਂਦਾ, ustraveldocs.com।
ਉੱਥੇ ਉੱਪਰ ਜਾ ਕੇ ਤੁਸੀਂ ਆਪਣਾ ਪ੍ਰੋਫਾਈਲ ਕ੍ਰੀਏਟ ਕਰਦੇ ਹੋ। ਉੱਥੇ ਤੈਨੂੰ ਇੱਕ ਅਪਾਇੰਟਮੈਂਟ ਪਿਕ ਕਰਨੀ ਆ, ਜਿਹਦੇ ਨਾਲ ਕਿ ਤੁਸੀਂ ਸ਼ਡਿਊਲ ਤੈਅ ਕਰ ਲੈਂਦੇ ਹੋ ਕਿ ਮੈਂ ਐਮਬੈਸੀ ਕਿਸ ਦਿਨ ਜਾਣਾ। ਜੀ ਜਦੋਂ ਯੂਨੀਵਰਸਿਟੀਜ਼ ਤੁਸੀਂ ਅਪਲਾਈ ਕਰਦੇ ਹੋ, ਯੂਨੀਵਰਸਿਟੀਜ਼ ਬਹੁਤ ਸਾਰੀਆਂ ਯੂਨੀਵਰਸਿਟੀਜ਼ ਇੱਥੇ ਸਟ੍ਰੇਟਵੇ I-20 ਇਸ਼ੂ ਕਰਦੀਆਂ ਨੇ। I-20 ਇਜ਼ ਦਾ ਫਾਈਨਲ ਡਾਕੂਮੈਂਟ ਜਿਹਨੂੰ ਲੈ ਕੇ ਤੁਸੀਂ ਐਮਬੈਸੀ ਅਪੀਅਰ ਹੋਣਾ ਆ। ਓਕੇ ਰੈਸਟ ਆਫ ਦਾ ਕੰਟਰੀਜ਼ ਵਾਂਗੂ ਇੱਥੇ ਤੁਹਾਡੀ ਯੂਨੀਵਰਸਿਟੀਜ਼ ਦੀ ਟਿਊਸ਼ਨ ਫੀਸ ਪਹਿਲਾਂ ਨਹੀਂ ਜਾਂਦੀ। ਓਕੇ ਯੂ ਓਨਲੀ ਪੇ ਵਨਸ ਯੂਰ ਵੀਜ਼ਾ ਇਜ਼ ਅਪਰੂਵਡ। ਸੋ USA ਸਭ ਤੋਂ ਅਸੀਂ ਕਹਿੰਦੇ ਕਿ ਲਾਈਕ ਮੋਰੀ ਕੰਟਰੀ ਰਿਹਾ ਜਿਹਨੇ ਸਟੂਡੈਂਟਸ ਨੂੰ ਲਿਬਰਟੀ ਦਿੱਤੀ ਹੈ ਕਿ ਤੁਸੀਂ ਟਰੈਵਲ ਅਰੇਂਜਮੈਂਟ ਵੀ ਉਦੋਂ ਕਰਨੇ ਜਦੋਂ ਤੁਹਾਡਾ ਵੀਜ਼ਾ ਆ ਜਾਵੇ। ਓਕੇ ਸੇਮ ਅਪਲਾਈਜ਼ ਵਿਦ ਆਲ ਕਾਈਂਡ ਆਫ ਨਾਨ ਇਮੀਗ੍ਰੈਂਟ ਵੀਜ਼ਾਸ। ਜਦ ਕਿ ਅਸੀਂ ਯੂਰਪ 'ਚ ਜਦੋਂ ਅਪਲਾਈ ਕਰਦੇ ਹਾਂ ਤੁਹਾਨੂੰ ਇੰਸ਼ੋਰੈਂਸਿਸ, ਟਿਕਟਸ ਸਭ ਕੁਝ ਪਹਿਲਾਂ ਦੇਣਾ ਪੈਂਦਾ, ਵੀਜ਼ਾ ਆਵੇ ਨਾ ਆਵੇ, ਸੋ ਮੋਨੇਟਰੀ ਲਾਸ ਹੁੰਦਾ। ਬਟ US ਇਸ ਪਾਸੇ ਤੋਂ ਸਿਆਣਪ ਵਾਲੀ ਜਿਹੜੀ ਇੱਕ ਡੈਸਟੀਨੇਸ਼ਨ ਹੈ ਕਿ ਤੁਸੀਂ ਸਾਰੇ ਅਰੇਂਜਮੈਂਟ ਉਦੋਂ ਕਰਨੇ ਆ ਜਦੋਂ ਤੁਹਾਡਾ ਫਾਈਨਲੀ ਵੀਜ਼ਾ ਅਪਰੂਵ ਹੋ ਗਿਆ। ਓਕੇ ਸੋ ਸਟੂਡੈਂਟ ਨੇ ਜਦੋਂ I-20 ਕੁਝ ਯੂਨੀਵਰਸਿਟੀ ਸਟੂਡੈਂਟਸ ਨੂੰ ਅਸੈਪਟ ਕਰਨ ਲਈ ਕੋਈ ਕੰਡੀਸ਼ਨਲ I-20 ਦੇਗੀ ਕਿ ਤੁਹਾਡਾ ਅਗਰ ਸੈਟ ਦੇ ਸਕੋਰ ਤੈਨੂੰ ਲੈ ਦੋਗੇ ਤਾਂ ਅਸੀਂ ਲਵਾਂਗੇ। ਔਰ ਇੱਕ ਚੀਜ਼ ਜਿਹੜੀ ਹੋਰ ਚੰਗੀ ਹੈ, ਹਰ ਯੂਨੀਵਰਸਿਟੀ ਸਟੂਡੈਂਟ ਨੂੰ ਕੋਰੀਅਰ ਕਰਦੀ ਹੈ I-20। ਓਕੇ ਸੋ ਉਹਦੇ ਘਰ ਜਾ ਕੇ I-20 ਪਹੁੰਚਦੀ ਹੈ। ਸੋ ਸਟੂਡੈਂਟ ਨੂੰ ਰਿਸੀਵ ਹੁੰਦੀ ਹੈ, ਸਟੂਡੈਂਟ ਲੈ ਕੇ ਮਤਲਬ ਜਿਹੜੀ ਡਾਇਰੈਕਟ ਇੱਥੇ ਕਮਿਊਨੀਕੇਸ਼ਨ ਮੰਨੀ ਜਾਂਦੀ ਹੈ ਕਿ ਜਿਹੜਾ ਐਪਲੀਕੈਂਟ ਆ ਉਹਦੇ ਤੱਕ ਡਾਇਰੈਕਟ ਕਾਗਜ਼ਾਤ ਪਹੁੰਚਣ। ਜੀ ਔਰ ਕੋਵਿਡ ਦੇ ਸਮੇਂ ਵਿੱਚ ਈਮੇਲਸ ਨੂੰ ਥੋੜਾ ਬਹੁਤ ਤਰਜੀਹ ਦਿੱਤੀ ਗਈ, ਪਰ ਇਸ ਤੋਂ ਪਹਿਲਾਂ ਲਾਈਕ ਹਰ ਯੂਨੀਵਰਸਿਟੀ ਨੂੰ ਐਪਲੀਕੇਸ਼ਨ ਜਾਂਦੀ ਸੀ, ਪੇਪਰ ਐਪਲੀਕੇਸ਼ਨ ਹੀ ਆਉਂਦੀ ਸੀ। ਓਕੇ ਸੋ ਇਹ ਪੁਰਾਣੇ ਜ਼ਮਾਨੇ ਨਾਲ ਜਿੱਦਾਂ ਪੁਰਾਣਾ ਤਰੀਕਾ ਸੀ, ਸਾਨੂੰ ਉਸੇ ਤਰੀਕੇ ਨਾਲ ਪੇਪਰ ਨੂੰ ਅਹਿਮੀਅਤ ਦਿੰਦੇ ਹੁੰਦੇ ਸੀ। ਓਕੇ ਓਕੇ ਸੋ ਵਨਸ ਯੂ ਹੈਵ I-20 ਨਾਲ ਤੁਹਾਨੂੰ ਫਾਈਨਾਂਸ ਅਫੋਰਡੇਬਿਲਟੀ ਫੈਮਿਲੀ ਦੀ ਦਿਖਾਉਣੀ ਹੁੰਦੀ ਹੈ। ਓਕੇ ਮੇਰਾ ਕੁਐਸਚਨ ਇਹੀ ਸੀਗਾ, ਇੱਕ ਬੱਚਾ ਜਦੋਂ ਯੂਨੀਵਰਸਿਟੀ ਸਿਲੈਕਟ ਕਰ ਲੈਂਦਾ ਵੀਜ਼ਾ ਜਾਣ ਤੋਂ ਪਹਿਲਾਂ, ਕੀ ਉਹਨੂੰ ਕੋਈ ਆਪਣੇ ਫਾਈਨਾਂਸ ਆ ਜਿਹੜੇ ਐਸੈਟਸ ਆ ਉਹ ਬੈਂਕ ਦੇ ਜਾਂ ਹੋਰ ਜਿਹੜੇ ਪ੍ਰਾਪਰਟੀ ਉਹ ਦਿਖਾਉਣੇ ਪੈਂਦੇ ਉੱਥੇ? ਉਹ ਰੰਧਾਵਾ ਸਾਹਿਬ ਉਹ ਐਪਲੀਕੇਸ਼ਨ ਦਾ ਹਿੱਸਾ ਆ। ਸੋ ਜਦੋਂ ਤੁਸੀਂ ਯੂਨੀਵਰਸਿਟੀ ਨੂੰ ਅਪਲਾਈ ਕਰਦੇ ਹੋ, ਯੂਨੀਵਰਸਿਟੀ ਤੁਹਾਡੇ ਕੋਲ ਫਾਈਨੈਂਸ਼ੀਅਲ ਡੈਕਲੇਰੇਸ਼ਨ ਮੰਗੇਗੀ। ਓਕੇ ਸੋ ਇਹ ਇਟ ਇਜ਼ ਪਾਰਟ ਆਫ ਯੂਰ ਯੂਨੀਵਰਸਿਟੀ ਐਪਲੀਕੇਸ਼ਨ ਆਲਸੋ। ਓਕੇ ਉਹਦੇ ਵਿੱਚ ਹੀ ਐਡ ਹੋ ਜਾਣਾ ਹੈ ਆਪਾਂ। ਔਰ I-20 ਦੇ ਵਿੱਚ ਲਿਖਿਆ ਹੋਏਗਾ ਕਿ ਤੁਹਾਡਾ ਸਪਾਂਸਰ ਕੌਣ ਹੈ, ਤੁਹਾਡੇ ਕੋਲ ਪੈਸੇ ਕਿੰਨੇ ਆ। ਜੀ ਸੋ ਵੀਜ਼ਾ ਆਫੀਸਰ ਦੇ ਕੋਲ ਫਾਈਨੈਂਸ਼ੀਅਲ ਇਨਫੋਰਮੇਸ਼ਨ ਵੀ I-20 ਦਾ ਹਿੱਸਾ ਆ। ਇਨ ਐਡਵਾਂਸ ਆ ਸਾਰਾ, ਇੱਕ ਕਲੱਬ ਕੀਤੀ ਹੋਈ ਉਹਦੇ ਨਾਲ ਹੀ। ਇਨ ਐਡਵਾਂਸ ਹੀ ਆ, ਇਹ ਨਹੀਂ ਹੈਗਾ ਜਦੋਂ ਵੀਜ਼ਾ ਲੈਣ ਜਾਣਾ ਉਦੋਂ ਹੀ ਤੁਸੀਂ ਆਪਣੇ ਜਿਹੜੇ ਹਾਂ ਉਦੋਂ ਤੁਸੀਂ ਨਾਲ ਐਡੀਸ਼ਨ ਲੈ ਕੇ ਜਾਂਦੇ ਹੋ ਕਿ ਮੇਰੇ ਕੋਲ ਉਹਦੇ ਸਬੂਤ ਹੈਗੇ ਆ ਸਾਰੇ। ਜੀ ਜੀ ਬਟ ਇਹ ਸ਼ੁਰੂਆਤ ਤੋਂ ਹੀ ਜਿਹੜਾ ਤੁਹਾਡਾ ਫਾਈਨਾਂਸ ਦੀ ਪ੍ਰਕਿਰਿਆ ਆ, ਬਿਕਾਜ਼ ਇੱਕ ਚੀਜ਼ ਸਾਨੂੰ ਮੰਨਣੀ ਪਏਗੀ ਕਿ ਜਿਹੜੀਆਂ ਐਮਬੈਸੀਜ਼ ਨੇ ਇਹ ਅਸਲ 'ਚ ਬਿਜ਼ਨਸ ਯੂਨਿਟਸ ਨੇ। ਸੋ ਅਲਟੀਮੇਟਲੀ ਸਭ ਨੇ ਬਿਜ਼ਨਸ ਡਰਾਈਵ ਕਰਨਾ ਹੈ। ਜਿਸ ਤਰੀਕੇ ਨਾਲ ਅਸੀਂ ਕਈ ਵਾਰੀ ਸੋਚਦੇ ਹਾਂ ਕਿ ਮਾਨਵਤਾ ਦੇ ਆਧਾਰ ਤੇ ਲਾਈਕ ਚੰਗਾ ਸਟੂਡੈਂਟ, ਸੋ ਅਲਟੀਮੇਟਲੀ ਪੂਰੀ ਦੁਨੀਆ ਕਮਰਸ ਦੇ ਮਾਡਲ ਤੇ ਲਾਈਕ ਟਿਕੀ ਹੋਈ ਹੈ। ਸੋ ਐਮਬੈਸੀ ਨੇ ਇਹ ਵੇਖਣਾ ਹੁੰਦਾ ਕਿ ਜਿਹੜਾ ਆ ਰਿਹਾ ਆ ਇਹ ਤੋਂ ਸਾਡੇ ਮੁਲਕ ਨੂੰ ਫਾਈਨੈਂਸ਼ੀਅਲੀ ਫਾਇਦਾ ਹੋਣ ਵਾਲਾ ਹੈਗਾ ਕਿ ਨਹੀਂ ਹੈਗਾ। ਉਹਨਾਂ ਨੇ ਤਾਂ ਇਹੋ ਦੇਖਣਾ। ਸੋ ਅਗਰ ਤੁਹਾਡੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ ਆ ਤੇ ਯੈਸ ਅਫੋਰਡੇਬਿਲਟੀ ਹੈਗੀ ਆ ਤੇ ਸਟੂਡੈਂਟ ਨੂੰ ਉਸ ਤੋਂ ਬਾਅਦ ਸਟੂਡੈਂਟ ਦੇ ਪੈਰਾਮੀਟਰ ਚੈੱਕ ਹੋਣੇ ਆ। ਸੋ ਫਾਈਨਾਂਸ ਪਹਿਲਾਂ ਆ, ਸੋ ਉਹਨੂੰ ਲਾਈਕ ਉਹਨੂੰ ਟੌਪ ਮੋਸਟ ਪ੍ਰਾਇੋਰਟੀ ਆ। ਹਾਂ ਉਹਦੇ ਬਾਵਜੂਦ ਕੁਝ ਯੂਨੀਵਰਸਿਟੀਜ਼ ਤੁਹਾਨੂੰ ਲਾਈਕ ਤੁਹਾਡੀ ਅਕੈਡਮਿਕ ਪਰਫਾਰਮੈਂਸ ਦੇ ਉੱਪਰ ਸਕਾਲਰਸ਼ਿਪਸ ਦਿੰਦੀਆਂ ਨੇ। ਸੋ ਬਹੁਤ ਸਾਰੀਆਂ ਯੂਨੀਵਰਸਿਟੀਜ਼ ਵਿੱਚ ਕਲਚਰ ਹੈ ਕਿ ਤੁਹਾਨੂੰ ਕੋਈ ਸਪੋਰਟਸ ਦੀ ਜਿਹੜੀ ਸਕਾਲਰਸ਼ਿਪ ਦੇਤੀ, ਕਿਸੇ ਨੇ ਅਕੈਡਮਿਕ ਲਾਈਕ ਪਰਫਾਰਮੈਂਸ ਦੇ ਉੱਪਰ ਤੁਹਾਨੂੰ ਸਕਾਲਰਸ਼ਿਪ ਦੇਤੀ। ਸੋ ਸਕਾਲਰਸ਼ਿਪ ਦੇ ਤੁਹਾਨੂੰ ਰਿਲੀਫ ਦੇਤੀ ਜਾਂਦੀ ਕਿ ਤੁਹਾਡੀ $25,000 ਫੀਸ ਸੀਗੀ, ਸੋ ਤੁਹਾਨੂੰ $10,000 ਲਾਈਕ ਸਕਾਲਰਸ਼ਿਪ ਆ ਗਈ, ਸੋ ਤੁਹਾਡੀ $15,000 ਜਿਹੜੀ ਇਸ ਤਰ੍ਹਾਂ ਦਾ ਵੀ ਪ੍ਰੋਸੈਸ ਹੈਗਾ। ਜੀ ਜੀ ਜੇ ਉਹ ਬੱਚਾ ਕੋਈ ਡਾਇਰੈਕਟ ਵੀ ਇਸ ਤਰ੍ਹਾਂ ਜਾਂਦਾ ਉੱਥੇ ਤੇ ਉਹਨਾਂ ਨੂੰ ਉੱਥੇ ਕਾਲਮ ਹੈ ਕੋਈ ਇਸ ਤਰ੍ਹਾਂ ਦਾ ਜਿਹਦੇ ਸਕਾਲਰਸ਼ਿਪ ਬਾਰੇ? ਯੈਸ ਯੂਐਸ ਵਿੱਚ ਖਾਸ ਕਰਕੇ ਬਹੁਤ ਤਰ੍ਹਾਂ ਦੀਆਂ ਸਕਾਲਰਸ਼ਿਪਸ ਨੇ। ਜੀ ਜੀ ਸੋ ਯੂਐਸ ਵਿੱਚ ਸਟੂਡੈਂਟਸ ਅਗਰ ਤੁਸੀਂ ਚੰਗੇ ਸਟੂਡੈਂਟ ਹੋ ਤਾਂ ਯੈਸ ਬਹੁਤ ਸਾਰੇ ਚਾਂਸਸ ਨੇ ਕਿ ਤੁਸੀਂ ਸਕਾਲਰਸ਼ਿਪਸ ਉੱਪਰ ਪੜ੍ਹ ਸਕਦੇ ਹੋ। ਜੀ ਔਰ ਸਕਾਲਰਸ਼ਿਪਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਜਿਹੜੀਆਂ ਬਹੁਤ ਘੱਟ ਲਾਈਕ ਫੀਸਾਂ ਦੇ ਉੱਪਰ ਤੁਸੀਂ ਪੜ੍ਹ ਸਕਦੇ ਹੋ। ਜੀ 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 ਅੱਛਾ, ਇਹ ਇੱਕ ਤਾਂ ਹੋ ਗਿਆ ਪੈਸਿਆਂ ਦਾ ਪੋਰਸ਼ਨ ਹੋ ਗਿਆ ਵੀ ਆਪਣਾ ਜਾਂ ਐਸੈਟਸ ਦਿਖਾਉਣੇ ਆ, ਉਸ ਤੋਂ ਨਾਲ ਨਾਲ ਹੋਰ ਕੀ ਕੀ ਡਾਕੂਮੈਂਟਸ ਜਿਹੜੇ ਆ ਐਪਲੀਕੇਸ਼ਨ ਨਾਲ ਲੱਗਦੇ ਆ? ਯੂਐਸ ਵਿੱਚ ਬਹੁਤ ਜ਼ਿਆਦਾ ਡਾਕੂਮੈਂਟਸ ਦਾ ਰੌਲਾ ਨਹੀਂ ਹੁੰਦਾ। ਜੀ ਸੋ ਤੁਹਾਡੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੋਗੀ, ਇਹ ਆਪਣੇ ਆਪ 'ਚ ਦਰੁਸਤ ਹੈ। ਜੀ। ਉਸ ਤੋਂ ਬਾਅਦ ਤੁਹਾਡੀ ਰਿਸਰਚ, ਤੁਹਾਡੀ ਐਕਸਪੀਰੀਐਂਸਿਸ, ਤੁਹਾਡੇ ਕੰਮਕਾਰ, ਤੁਹਾਡੇ ਤਜਰਬੇ, ਉਹਦੇ ਸੰਬੰਧਿਤ ਕੁਝ ਹੈਗਾ ਜ਼ਰੂਰ ਲੈ ਕੇ ਜਾਓ। +2 ਦਾ ਕਰਕੇ ਬੱਚਾ ਜਾ ਰਿਹਾ, ਉਹਦਾ ਐਕਸਪੀਰੀਅੰਸ ਤਾਂ ਵੈਸੇ ਨਹੀਂ ਹੋਣਾ, ਉਹਦਾ ਤਾਂ ਜਸਟ ਇੱਕ ਸਰਟੀਫਿਕੇਟ ਹੀ ਹੋਊਗਾ। ਉਹ ਸਿਰਫ ਅਕੈਡਮਿਕਸ ਉਹਦੀ ਰਿਸਰਚ ਟੁਵਰਡਸ ਕਿ ਯੂਐਸਏ ਨੂੰ ਤੁਹਾਡੀ ਇਨਕਲਾਈਨ ਤੁਸੀਂ ਕਿਸ ਤਰੀਕੇ ਨਾਲ ਹੋਏ। ਓਕੇ ਸੋ ਉਹ ਬਹੁਤ ਇੰਪੋਰਟੈਂਟ ਹੈ। ਇਹ ਫਾਰਮਾ 'ਚ ਹੀ ਹੁੰਦਾ ਸਰ, ਪਹਿਲਾਂ ਹੀ ਪ੍ਰਿੰਟਡ ਹੁੰਦਾ? ਨਹੀਂ ਬੇਸਿਕਲੀ ਤੁਸੀਂ ਬੋਲ ਕੇ ਦੱਸਦੇ ਇਹ ਐਕਸਟਰਾ ਵੀ ਹੈ ਤੇ ਬੋਲ ਕੇ ਵੀ ਦੱਸਣਾ। ਡਾਕੂਮੈਂਟੇਸ਼ਨ ਵਿੱਚ ਸਿਰਫ ਤੇ ਤੁਹਾਡੇ ਕੋਲ ਡਾਕੂਮੈਂਟਸ ਆਪਣੇ ਫਾਈਨਾਂਸ ਦੇ ਨੇ। ਓਕੇ ਇੱਕ I-20 ਆ,
ਸਰਵਿਸ ਫੀਸ ਦੀ ਰਿਸਿਪਟ ਆ, ਇੱਥੇ ਸਰਵਿਸ ਫੀਸ $350 ਐਡੀਸ਼ਨਲ ਪੇ ਕਰਨੀ ਹੁੰਦੀ ਸਟੂਡੈਂਟ ਨੇ। $350 $350 $160 ਸਟੂਡੈਂਟ ਅੰਬੈਸੀ ਦੀ ਫੀਸ ਪੇ ਕਰਦਾ ਆ। ਇੱਕ ਗੱਲ ਹੋਰ ਇਹਦੇ ਚ ਆ ਗਈ ਆ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੱਕ ਯੂਨੀਵਰਸਿਟੀ ਚ ਅਪਲਾਈ ਕਰੋ $350 ਹੈ ਨਾ, ਜੇ ਚਾਰਜ ਕੀਤੀ ਉਹਨਾਂ ਸਾਰਿਆਂ ਦੀ ਵੱਖਰੀ ਫੀਸ ਹੋਊਗੀ। ਨਹੀਂ ਸਰਵਿਸ ਫੀਸ ਸਿੰਗਲ ਹੈ। ਓਕੇ, ਯੂਨੀਵਰਸਿਟੀ ਦੀ ਉਹ ਐਪਲੀਕੇਸ਼ਨ ਫੀਸ ਹੈ। ਐਪਲੀਕੇਸ਼ਨ ਫੀਸ ਲੱਗਣੀ ਆ, ਉਹ ਵੱਖਰੀ ਉਹ ਆਲਮੋਸਟ ਕਿਸੇ ਯੂਨੀਵਰਸਿਟੀ ਦੀ $50 ਕਿਸੇ ਦੀ $100 ਆ, ਉਹ ਜਿਹੜੀ ਹੈਗੀ ਤੁਸੀਂ ਪ੍ਰੋਸਪੈਕਟਸ ਫੀਸ ਕਹਿ ਸਕਦੇ ਹੋ। ਯੈਸ, ਪ੍ਰੋਸਪੈਕਟਸ ਫੀਸ ਕਹਿ ਸਕਦੇ ਹੋ। ਸੋ ਐਪਲੀਕੇਸ਼ਨ ਫੀਸ ਯੂਨੀਵਰਸਿਟੀ ਇਕੱਲੀ ਚਾਰਜ ਕਰਦੀ ਤੁਹਾਨੂੰ, ਬਿਕੋਜ਼ ਯੂਨੀਵਰਸਿਟੀ ਦਾ ਖੁਦ ਦਾ ਇੱਕ ਤੰਤਰ ਹੈ ਕਿ ਉਹਨੇ ਤੁਹਾਨੂੰ ਚੀਜ਼ਾਂ ਪ੍ਰਿਪੇਅਰ ਕਰਕੇ ਕੁਰੀਅਰ ਕਰਕੇ ਤੁਹਾਡੇ ਤੱਕ ਪਹੁੰਚਾਉਣੀਆਂ। ਜੀ। ਸੋ ਉਹ ਸਿਰਫ ਉਹਦੇ ਚਾਰजेस ਲੈਂਦੇ ਨੇ। ਦੈਟ ਇਜ਼ ਵੈਰੀ ਪ੍ਰੋਫੈਸ਼ਨਲ ਐਂਡ ਵੈਰੀ ਨੋਮੀਨਲ। ਮਤਲਬ ਉਹਨੂੰ ਤੁਸੀਂ ਆਪਾਂ ਦੂਸਰੇ ਢੰਗ ਨਾਲ ਨਹੀਂ ਵੇਖ ਸਕਦੇ, ਬਹੁਤ ਨੋਮੀਨਲ ਫੀਸ ਚਾਰਜ ਕਰਦੇ ਨੇ। ਬਿਕੋਜ਼ ਔਰ ਕਈ ਵਾਰੀ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਉਹ ਵੇਵ ਆਫ ਵੀ ਕੀਤੀਆਂ ਹੁੰਦੀਆਂ ਕਿ ਵਨਸ ਪ੍ਰਮੋਸ਼ਨਸ ਆਰ ਗੋਇੰਗ ਔਨ, ਫਿਰ ਉਹ ਵੇਵ ਆਫ ਕਰ ਦਿੰਦੇ ਆ। ਸੋ ਇਹ ਜਿੱਦਾਂ ਮੈਂ ਦੱਸਿਆ ਸੀ, ਐਜੂਕੇਸ਼ਨ USA ਦੇ ਜਿਹੜੇ ਵੈਬੀਨਾਰ ਚੱਲਦੇ ਆ, ਉਹਨਾਂ ਵਿੱਚ ਯੂਨੀਵਰਸਿਟੀ ਸਿਲੈਕਟ ਕਰਦੇ ਹੋ, ਉਹਦੇ ਵਿੱਚ ਬਹੁਤ ਸਾਰੇ ਵੇਵਰ ਕਈ ਵਾਰੀ ਮਿਲ ਜਾਂਦੇ ਆ। ਅੱਛਾ। ਸੋ ਐਜੂਕੇਸ਼ਨ USA ਇੱਕ ਸਰਕਾਰੀ ਸੰਸਥਾ ਹੈ ਜਿਹਦੇ ਨਾਲ ਸਟੂਡੈਂਟਸ ਨੂੰ ਲਗਾਤਾਰ ਬਣੇ ਰਹਿਣਾ ਚਾਹੀਦਾ। ਬਹੁਤ ਸਟੂਡੈਂਟਸ ਨੂੰ ਲਗਾਤਾਰ ਜਿਹੜੀ ਇਨਫੋਰਮੇਸ਼ਨ ਮਿਲਦੀ ਹੈ, ਹਰ ਅੰਬੈਸੀ ਤੋਂ ਇਨਫੋਰਮੇਸ਼ਨ ਮਿਲਦੀ ਹੈ, ਕਿਹੜੇ ਪ੍ਰੋਗਰਾਮਸ, ਕਿਹੜੀ ਐਕਟੀਵਿਟੀ, ਕਿਸ ਸਮੇਂ ਤੇ ਕਿਸ ਚੀਜ਼ ਦੀ ਪ੍ਰਮੋਸ਼ਨ ਚੱਲ ਰਹੀ ਹੈ, ਇਹ ਸਾਰਾ ਐਜੂਕੇਸ਼ਨ USA ਦਾ ਕੰਮ ਹੈ। ਬਿਲਕੁਲ। ਹਰਿੰਦਰਪਾਲ ਜੀ ਨੇ ਪਿਛਲੇ ਦਿਨੀ ਜਿਵੇਂ ਕੋਵਿਡ ਕਰਕੇ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ, ਬਹੁਤ ਸਾਰੇ ਹੋਰ ਜਿਹੜੇ ਇਮੀਗ੍ਰੇਸ਼ਨ ਨਾਲ ਰਿਲੇਟਡ ਇੰਟਰਵਿਊਜ਼ ਆ ਉਹ ਵੇਵ ਕਰ ਦਿੱਤੀਆਂ ਗਈਆਂ। ਕੋਈ ਸਟੂਡੈਂਟ ਵੀਜ਼ੇ ਦਾ ਵੀ ਇਸ ਤਰ੍ਹਾਂ ਦਾ ਕੋਈ ਪ੍ਰੋਸੈਸ ਚੱਲਿਆ? ਦੇਖੋ, ਅਸੀਂ ਆਲਮੋਸਟ ਅਖਬਾਰਾਂ 'ਚ ਪੜ੍ਹਿਆ ਆ ਔਰ ਡੇਲੀ ਬਹੁਤ ਸਾਰੀਆਂ ਕਾਲਸ ਆਉਂਦੀਆਂ ਨੇ ਕਿ US ਨੇ ਇੰਟਰਵਿਊ ਵੇਵ ਆਫ ਕਰਤੀ ਹੈ। ਜੀ। ਵੇਵ ਆਫ ਕੀਤੀ ਆ ਬੇਸਿਕਲੀ ਜਿਹੜੀ ਵੀਜ਼ਾ ਵੇਵਰ ਕੰਟਰੀਜ਼ ਲਈ। ਓਕੇ। ਔਰ ਵੀਜ਼ਾ ਵੇਵਰ ਕੰਟਰੀਜ਼ ਦੇ ਵਿੱਚ ਅਨਫੋਰਚੂਨੇਟਲੀ ਸਾਡਾ ਨਾਮ ਨਹੀਂ ਹੈਗਾ, ਉਹ 'ਚ ਬਹੁਤ ਸਾਰੀ ਯੂਰਪੀਅਨ ਕੰਟਰੀਜ਼ ਨੇ। ਔਰ ਦੂਸਰਾ ਚੀਜ਼ ਯੈਸ, ਇਹ 'ਚ ਸਾਨੂੰ ਥੋੜੀ ਲਿਬਰਟੀ ਦਿੱਤੀ ਆ ਔਰ ਇਸ ਪ੍ਰੋਗਰਾਮ ਨੂੰ ਇਸ ਦਸੰਬਰ ਐਂਡ ਤੱਕ ਕੰਟੀਨਿਊ ਕੀਤਾ ਆ। ਓਕੇ। ਔਰ ਕਈ ਕੌਂਸੂਲੇਟਸ ਨੂੰ ਆਜ਼ਾਦੀ ਦਿੱਤੀ ਹੈ ਕਿ ਤੁਸੀਂ ਅਗਰ ਕਿਸੇ ਪਾਰਟਿਕੂਲਰ ਕੈਟਾਗਰੀ ਵਿੱਚ ਤੁਸੀਂ ਵੀਜ਼ਾ ਵੇਵਰ ਦੇਣਾ ਚਾਹੋ, ਦੇ ਸਕਦੇ ਹੋ। ਔਰ ਜੋ ਤੁਸੀਂ ਅਖਬਾਰਾਂ 'ਚ ਵੇਖਿਆ, ਸਾਰੇ ਪਾਸੇ ਸਾਰੀਆਂ ਕੈਟਾਗਰੀਜ਼ ਲਿਖੀਆਂ ਸੀਗੀਆਂ। ਬਟ ਇੰਡੀਆ ਲਈ ਜੋ ਐਪਲੀਕੇਬਲ ਆ, ਅਸੀਂ ਉਹਦੇ ਉੱਪਰ ਗੱਲ ਕਰ ਲੈਂਦੇ ਹਾਂ। ਅਗਰ ਤੁਸੀਂ ਆਪਣਾ ਵੀਜ਼ਾ ਐਕਸਟੈਂਡ ਕਰਾਉਣਾ ਆ ਔਰ 2008 ਤੋਂ ਬਾਅਦ ਤੁਹਾਡਾ ਕੋਈ ਵੀਜ਼ਾ ਲਿਆ ਹੋਇਆ ਸੀ ਔਰ ਉਹ ਵੀਜ਼ਾ ਕਿਸੇ ਉਹਦੇ ਉੱਪਰ ਸਪੈਸ਼ਲ ਕੋਈ ਐਨੋਟੇਸ਼ਨ ਨਹੀਂ ਲਿਖੀ ਹੋਈ ਵੀ ਕੋਈ ਕਲੀਅਰੈਂਸ ਰਿਸੀਵਡ ਇਦਾਂ ਨਹੀਂ ਲਿਖਿਆ ਹੋਇਆ ਜੀ, ਔਰ ਉਸ ਵੀਜ਼ੇ ਤੋਂ ਬਾਅਦ ਤੁਹਾਡਾ ਕੋਈ ਡਿਨਾਇਲ ਨਹੀਂ ਹੈਗਾ, ਤੁਹਾਨੂੰ ਫਿਰ ਅੰਬੈਸੀ ਜਾਣ ਦੀ ਲੋੜ ਨਹੀਂ ਹੈਗੀ। ਜੀ। ਇਹ ਖੈਰ ਪ੍ਰਕਿਰਿਆ ਪਹਿਲਾਂ ਵੀ ਸੀਗੀ, ਬਿਕੋਜ਼ ਇਹ ਕੁਝ ਐਡੀਸ਼ਨਲ ਨਹੀਂ ਹੋਇਆ। ਸੋ ਇਹ ਇੱਥੋਂ ਤੱਕ ਸਾਡੇ ਕੋਲ ਪਹਿਲਾਂ ਵੀ ਸੀਗੀ। ਇਹ ਸਾਰੀਆਂ, ਅਗਰ ਤੁਹਾਡਾ ਟੂਰਿਸਟ ਵੀਜ਼ਾ ਐਕਸਪਾਇਰ ਹੋ ਗਿਆ, ਤੁਸੀਂ ਦੁਬਾਰਾ ਲੈਂਦੇ ਹੋ ਤਾਂ ਤੁਹਾਨੂੰ ਵੀਜ਼ਾ ਵੇਵਰ ਦੇ ਦਿੰਦੇ ਸੀ, ਤੁਸੀਂ ਡ੍ਰੌਪ ਬਾਕਸ ਕੱਲਾ ਜਮ੍ਹਾਂ ਕਰਾ ਦਿੰਦੇ ਸੀ। ਜਿਹੜੀ ਚੀਜ਼ ਇਸ ਸਮੇਂ ਹੋਈ ਆ ਉਹ ਆ ਕਿ ਪਹਿਲਾਂ ਤੁਹਾਡੇ ਕੋਲ ਜਿਸ ਕੈਟਾਗਰੀ 'ਚ ਵੀਜ਼ਾ ਸੀ, ਤੁਸੀਂ ਸਿਰਫ ਉਹਦੇ 'ਚ ਹੀ ਐਕਸਟੈਂਸ਼ਨ ਸੀ। ਹੁਣ ਇਹ ਕਰ ਦਿੱਤਾ ਗਿਆ ਕਿ ਤੁਹਾਡੇ ਕੋਲ ਕੋਈ ਵੀ ਵੀਜ਼ਾ ਸੀ ਇਸ ਤੋਂ ਪਹਿਲਾਂ, ਤੇ ਤੁਸੀਂ ਹੁਣ ਕਿਸੇ ਵੀ ਫਰਦਰ ਵੀਜ਼ੇ ਵਿੱਚ ਹੁਣ ਤੁਹਾਡੇ ਕੋਲ ਵੀਜ਼ਾ ਵੇਵਰ ਆ। ਜੀ। ਇਹਦਾ ਸਭ ਤੋਂ ਵੱਧ ਸਾਡੇ ਕੋਲ ਸਟੂਡੈਂਟਸ ਨੇ ਫਾਇਦਾ ਹੋਇਆ ਜਿਹੜੇ ਬੱਚੇ ਅਲੱਗ-ਅਲੱਗ ਸਕੂਲਾਂ ਤੋਂ ਨਾਸਾ ਦੇ ਪ੍ਰੋਗਰਾਮਸ ਵਿੱਚ ਜਾਂਦੇ ਆ, ਸਕੂਲਾਂ ਦੇ ਐਜੂਕੇਸ਼ਨਲ ਟ੍ਰਿਪਸ ਆ। ਸੋ ਉਹ 'ਚ ਬੱਚਿਆਂ ਕੋਲ ਕਿਸੇ ਕੋਲ 3 ਮਹੀਨੇ ਦਾ ਵੀਜ਼ਾ, ਕਿਸੇ ਕੋਲ 6 ਮਹੀਨੇ ਦਾ ਵੀਜ਼ਾ ਸੀ। ਉਹ ਵੀਜ਼ੇ ਅਗਰ ਹੁਣ ਤੁਸੀਂ ਸਟੂਡੈਂਟ ਜਾਣਾ ਚਾਹੁੰਦੇ ਹੋ, ਇਹ ਸਾਰੇ ਸਟੂਡੈਂਟਸ ਜਿਹੜੇ ਹੁਣ ਵੀਜ਼ਾ ਵੇਵਰ ਕੈਟਾਗਰੀ ਦੇ ਵਿੱਚ ਆ ਗਏ। ਸੋ ਇਹਨਾਂ ਨੂੰ ਦੁਬਾਰਾ ਅੰਬੈਸੀ ਨਹੀਂ ਜਾਣਾ ਪਏਗਾ। ਇਹ ਸਿੰਪਲ I-20 ਰਿਕੁਐਸਟ ਕਰਕੇ ਔਰ ਨਾਰਮਲ ਤਰੀਕੇ ਨਾਲ ਲਾਈਕ ਆਪਣੇ ਡਾਕੂਮੈਂਟੇਸ਼ਨ ਕਰਕੇ ਤੇ ਇਹ ਆਪਣਾ ਵੀਜ਼ਾ, ਇਹਨਾਂ ਨੂੰ ਇੰਟਰਵਿਊ ਤੋਂ ਬਿਨਾਂ ਹੀ ਆਪਣਾ ਵੀਜ਼ਾ ਪ੍ਰਾਪਤ ਹੋ ਜਾਏਗਾ। ਜੀ, ਬਹੁਤ ਅੱਛੇ, ਬਹੁਤ ਵਧੀਆ ਗੱਲ ਆ, ਬੱਚਿਆਂ ਲਈ ਇਹ ਚੰਗੀ ਗੱਲ ਆ। ਇੱਕ ਗੱਲ, ਜਦੋਂ ਇੱਥੋਂ ਸਾਰਾ ਕੁਝ ਚਲੇ ਜਾਂਦਾ, ਵੀਜ਼ਾ ਜਿਹੜਾ ਹੈਗਾ ਉਹ ਕਈ ਵਾਰੀ ਬੱਚਿਆਂ ਨੂੰ ਇਹ ਹੁੰਦਾ ਵੀ ਅਸੀਂ ਜਿੰਨਾ ਚਿਰ ਪੜ੍ਹਨਾ ਉਹਨੇ ਚਿਰ ਦਾ ਵੀਜ਼ਾ, ਜੇ ਫਰਜ਼ ਕੀਤਾ ਉਹਨੇ ਡਿਗਰੀ ਕਰਨੀ ਆ ਡਿਗਰੀ ਦਾ ਵੀਜ਼ਾ ਹੋਊਗਾ, ਜਾਂ ਪੋਸਟ ਗ੍ਰੈਜੂਏਸ਼ਨ ਕਰਨੀ ਉਹਨੇ ਚਿਰ ਦਾ ਹੋਊਗਾ। ਇਹਦੇ 'ਚ ਵੀ ਕੋਈ ਪ੍ਰੋਸੈਸ ਆ? ਜੇ ਵੀਜ਼ਾ ਤਾਂ ਖਤਮ ਹੋ ਜਾਂਦਾ, ਫਰਦਰ ਜਿਹੜਾ ਉੱਥੇ ਰਹਿਣ ਦਾ ਕੀ ਪ੍ਰੋਸੈਸ ਹੈਗਾ? ਦੇਖੋ, US ਪਹਿਲਾਂ ਹੀ ਥੋੜਾ ਲਿਬਰਲ ਹੈ, ਬਿਕੋਜ਼ ਬਾਕੀ ਸਾਰੇ ਕੰਟਰੀਜ਼ ਵਿੱਚ ਇਦਾਂ ਹੀ ਕਰਦੇ ਕਿ ਅਗਰ ਤੁਹਾਡੇ ਕੋਲ ਸਾਲ ਦਾ ਪ੍ਰੋਗਰਾਮ ਹੈ ਤਾਂ ਤੁਹਾਨੂੰ ਵੀਜ਼ਾ ਸਾਲ ਦਾ ਹੀ ਮਿਲੇਗਾ। US ਦੇ ਵਿੱਚ ਤਕਰੀਬਨ ਜਦੋਂ ਤੁਸੀਂ ਯੂਨੀਵਰਸਿਟੀ ਜਾਂਦੇ ਹੋ, ਤੁਹਾਨੂੰ ਵੀਜ਼ਾ ਸ਼ੁਰੂ 'ਚ ਹੀ 5 ਸਾਲ ਦਾ ਮਿਲ ਜਾਂਦਾ ਹੈ। ਸੋ ਵੀਜ਼ਾ ਚਾਹੇ ਤੁਹਾਡੀ ਡਿਗਰੀ 1 ਸਾਲ ਦੀ ਹੈ, ਚਾਹੇ ਤੁਹਾਡੀ ਡਿਗਰੀ 2 ਸਾਲ ਦੀ, ਚਾਹੇ 4 ਸਾਲ ਦੀ, ਵੀਜ਼ੇ ਦੀ ਜਿਹੜੀ F1 ਦੀ ਕੈਟਾਗਰੀ ਉਹ 5 ਸਾਲ ਹੈ। ਪਰ ਐਕਸਟੈਂਸ਼ਨ ਵੀ ਹੈ ਇਹਦੀ? ਹਾਂ, ਉਹਦੇ ਵਿੱਚ ਜਦੋਂ ਤੁਸੀਂ ਯੂਨੀਵਰਸਿਟੀ ਆਪਣਾ ਪ੍ਰੋਗਰਾਮ ਫਿਨਿਸ਼ ਕਰ ਲਿਆ, ਸੋ ਉਸ ਤੋਂ ਬਾਅਦ ਤੁਸੀਂ, ਕਈ ਯੂਨੀਵਰਸਿਟੀ CPT ਹੁੰਦੀ ਆ, ਕੁਰਿਕੂਲਮ ਪ੍ਰੈਕਟੀਕਲ ਟ੍ਰੇਨਿੰਗ ਹੈ, ਕਿ ਜਿੱਦਾਂ ਸਾਨੂੰ ਇੰਟਰਨਸ਼ਿਪ ਬੋਲਦੇ ਆ। ਸੋ ਉਹ ਅਸਲ 'ਚ ਉਹ ਵਰਕ ਪਰਮਿਟ ਵਾਂਗੂ ਕਨਵਰਟ ਹੋ ਜਾਂਦਾ ਆ। ਔਰ ਅਦਰਵਾਈਜ਼ ਤੁਹਾਡੇ ਕੋਲ OPT ਹੈ, ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ ਹੈ ਜਿਹੜੀ, ਸੋ ਉਹ ਵੀ ਤੁਹਾਨੂੰ ਲਾਈਕ ਯੂਨੀਵਰਸਿਟੀ ਤੋਂ ਬਾਅਦ ਕਾਈਂਡ ਆਫ ਵਰਕ ਪਰਮਿਟ ਆ। ਇਹਦੇ ਨਾਮ ਵੱਖਰੇ ਨੇ, ਬਾਕੀ ਪ੍ਰਕਿਰਿਆ ਤਕਰੀਬਨ ਸਾਰੇ ਮੁਲਕਾਂ ਵਾਂਗੂ ਆ। ਹਰ ਮੁਲਕ ਦਾ ਇੱਕੋ ਇੱਕ ਮਨਸੂਬਾ ਆ ਕਿ ਅਗਰ ਤੁਸੀਂ ਬਾਹਰਲੇ ਮੁਲਕ ਗਏ ਹੋ, ਅਗਰ ਕਮਾਊ ਪੁੱਤਰ ਹੋ, ਉਹ ਰੱਖ ਲੈਣਗੇ।
ਅਗਰ ਕਮਾਊ ਪੁੱਤਰ ਨਹੀਂ ਬਣੇ ਤੇ ਤੁਹਾਡੇ ਲਈ ਵਾਪਸੀ ਦਾ ਰਸਤਾ ਤੈਅ ਆ। ਜੀ ਸੋ ਇਸ ਪ੍ਰਕਿਰਿਆ ਦੇ ਵਿੱਚ ਹਰ ਸਟੂਡੈਂਟ ਨੂੰ ਉੱਥੇ ਜਾ ਕੇ ਅਗਰ ਉਹਨੂੰ ਜੌਬਸ ਮਿਲਦੀਆਂ ਨੇ ਉਹ ਵੀਜ਼ਾ H1 ਚ ਸਵਿਚ ਹੋ ਜਾਂਦਾ ਆ। ਓਕੇ H1 ਤੋਂ ਬਾਅਦ ਉਹ ਗ੍ਰੀਨ ਕਾਰਡ ਦਾ ਸਫ਼ਰ ਉਹ ਸ਼ੁਰੂ ਕਿਸੇ ਹੋ ਕੰਪਨੀ ਜਾਂਦਾ ਦੇ ਥਰੂ ਨਾਲ Yes, ਉਹਨਾਂ ਨਾਲ yes. ਕੰਟੈਕਟ ਕਰਕੇ ਸੋ ਅਲਟੀਮੇਟਲੀ ਤੁਹਾਡੀ ਖੁਦ ਦੀ ਕ੍ਰੈਡੀਬਿਲਿਟੀ ਕਿੰਨੀ ਗਾ ਉਹਨੇ ਤੈਅ ਕਰਨਾ ਕਿ ਤੁਹਾਡੀ EMPLOYABILTY ਹੈਗੀ ਆ, ਔਰ ਉਸੇ ਨੇ ਤੈਅ ਕਰਨਾ ਆ ਕਿ ਤੁਹਾਨੂੰ ਉੱਥੇ ਜਿਹੜੀ ਸੈਟਲਮੈਂਟ ਦੇ ਆਪਸ਼ਨਸ ਕਿਸ ਤਰੀਕੇ ਨਾਲ ਮਿਲਦੇ ਆ। ਜੀ ਜੀ ਬਾਕੀ ਸਾਰੇ ਜਿੱਦਾਂ ਅਸੀਂ ਕੈਨੇਡਾ ਨਾਲ ਖਾਸ ਕਰਕੇ ਕੰਪੇਅਰ ਕਰਦੇ, ਕੈਨੇਡਾ ਇਜ਼ ਵੈਰੀ ਮੈਥਮੈਟੀਕਲ। ਕੈਨੇਡਾ 'ਚ ਤੁਸੀਂ ਪੜੋ ਔਰ ਲਾਈਕ ਪੀਆਰ ਬਹੁਤ ਕੁਇਕ ਆ। ਜੀ ਜੀ ਬਟ ਦੂਜੇ ਪਾਸੇ ਅਗਰ ਤੁਸੀਂ ਵੇਖੋਗੇ ਤੇ ਜਿੰਨੇ ਸਟੂਡੈਂਟਸ ਯੂਐਸ ਜਾਂਦੇ ਆ ਜੀ ਮੁੜਦਾ ਇੱਥੋਂ ਵਾਪਸ ਇੱਥੋਂ ਵੀ ਕੋਈ ਨਹੀਂ ਆ। ਸੋ ਕਿਸੇ ਨਾ ਕਿਸੇ ਹੋਰ ਵੀ ਪ੍ਰੋਸੈਸ ਹੈਗੇ, ਚਾਹੇ H1B ਲੈ ਲਓ, ਚਾਹੇ ਵਿਆਹ ਕਰਾ ਲਓ। ਯੈਸ, ਸੋ ਸਟੂਡੈਂਟਸ ਅਬਜ਼ੌਰਬ ਹੁੰਦੇ ਨੇ। ਸੋ ਇਹ ਇੱਕ ਇਮੀਗ੍ਰੈਂਟ ਕੰਟਰੀ ਹੈ ਜਿੱਥੇ 100% ਲੋਕ ਬਾਹਰੋਂ ਆ ਕੇ ਮਾਈਗ੍ਰੇਟ ਹੋਏ ਆ, ਔਰ ਇਹੀ ਇੱਕ ਅਪਰਚੂਨਿਟੀ ਸਟੂਡੈਂਟਸ ਨੂੰ ਵੀ ਮਿਲਦੀ ਹੈ ਕਿ ਯੈਸ ਉਹਨਾਂ ਨੂੰ ਲਾਈਕ ਬਾਕੀ ਜਿੱਦਾਂ ਆਸਟ੍ਰੇਲੀਆ ਤੋਂ ਸਟੂਡੈਂਟ ਪਿੱਛੇ ਵਾਪਸ ਆਏ ਜਾਂ ਨਿਊਜ਼ੀਲੈਂਡ ਤੋਂ ਵਾਪਸ ਆਏ ਉਸ ਤਰੀਕੇ ਨਾਲ ਨਹੀਂ ਇੱਥੇ ਹੁੰਦਾ। ਫਿਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਯੂਨੀਵਰਸਿਟੀ ਜਿਹੜੀ ਉਹਨਾਂ ਨੇ ਪਹਿਲਾਂ ਚੂਜ਼ ਕੀਤੀ ਹੁੰਦੀ ਹੈ, ਸਿਲੈਕਟ ਕੀਤੀ ਹੁੰਦੀ ਆ, ਉਸ ਯੂਨੀਵਰਸਿਟੀ ਦਾ ਵੀਜ਼ਾ ਮਿਲਦਾ। ਕੀ ਸਟੂਡੈਂਟ ਜਾ ਕੇ ਉੱਥੇ ਆਪਣੀ ਯੂਨੀਵਰਸਿਟੀ ਚੇਂਜ ਕਰ ਸਕਦੇ, ਕਿਤੇ ਹੋਰ ਮਾਈਗ੍ਰੇਟ ਹੋ ਸਕਦੇ? ਇਹ ਯੂਐਸ ਇਕਲੌਤਾ ਕੰਟਰੀ ਹੈ ਜਿਹੜਾ ਇਹ ਅਲਾਉ ਕਰਦਾ ਹੈ। ਜੀ ਬਾਕੀ ਤੁਸੀਂ ਦੁਨੀਆ ਦੇ ਕਿਸੇ ਵੀ ਕੰਟਰੀ ਜਾ ਕੇ ਯੂਨੀਵਰਸਿਟੀ ਸਵਿਚ ਕਰਨ ਬਾਰੇ ਸੋਚਦੇ ਹੋ ਤਾਂ ਬਹੁਤ ਖਤਰਨਾਕ ਹੈ ਔਰ ਬਹੁਤ ਲੰਬਾ ਚੌੜਾ ਹੈ, ਖਾਸ ਕਰਕੇ ਫੀਸਾਂ ਸਟੂਡੈਂਟਸ ਦੀਆਂ ਮਰਦੀਆਂ ਨੇ। ਜੀ ਇੱਥੇ ਸਪੋਜ਼ ਕਰੋ ਤੁਸੀਂ ਏ ਯੂਨੀਵਰਸਿਟੀ ਵਿੱਚ ਇੱਕ ਸਮੈਸਟਰ ਲਾਈਕ ਕੰਪਲੀਟ ਕਰ ਲਿਆ। ਜੀ ਇੱਕ ਸਮੈਸਟਰ ਨਾਰਮਲੀ 4 ਮਹੀਨੇ ਦਾ ਆ। ਸੋ ਉਸ ਤੋਂ ਬਾਅਦ ਤੁਸੀਂ ਬੀ ਯੂਨੀਵਰਸਿਟੀ ਵਿੱਚ ਜਾ ਰਹੇ ਹੋ। ਜਦੋਂ ਤੁਸੀਂ ਟ੍ਰਾਂਸਫਰ ਆਫ ਯੂਨੀਵਰਸਿਟੀ ਰਿਕੁਐਸਟ ਕਰਦੇ ਹੋ ਉਹਦੇ ਵਿੱਚ ਜਿੰਨੇ ਤੁਸੀਂ ਪੜ੍ਹਾਈ ਪੜ੍ਹੀ ਹੈ ਉਸ ਦੌਰਾਨ ਆਵਰਸ ਆਫ ਅਟੈਂਡੈਂਸ ਔਰ ਜਿਹੜਾ ਸੰਬੰਧਿਤ ਪ੍ਰੋਗਰਾਮ ਤੁਸੀਂ ਪੜ੍ਹਿਆ ਉਹਦੇ ਕ੍ਰੈਡਿਟਸ, ਇਹ ਦੋਨੋਂ ਨਾਲ ਟ੍ਰਾਂਸਫਰ ਵੀ ਹੁੰਦੇ ਆ। ਜੀ ਸੋ ਤੁਸੀਂ ਯੂਨੀਵਰਸਿਟੀ ਦੇ ਸਵਿਚ ਕਰ ਸਕਦੇ ਹੋ, ਉਹਦੇ ਨਾਲ ਨਾਲ ਤੁਹਾਨੂੰ ਜਿਹੜੀਆਂ ਟ੍ਰਾਂਸਫਰਸ ਆਫ ਕ੍ਰੈਡਿਟਸ ਔਰ ਜਿਹੜੇ ਟ੍ਰਾਂਸਫਰ ਆਫ ਅਟੈਂਡੈਂਸ ਆਵਰਸ ਉਹ ਵੀ ਨਾਲ ਹੁੰਦੀ ਆ। ਸੋ ਸਟੂਡੈਂਟਸ ਲਈ ਇੱਥੇ ਪੂਰੀ ਵਸੂਲੀ ਹੈ ਇੱਕ ਤਰੀਕੇ ਦੀ ਕਿ ਬਾਕੀ ਤੁਸੀਂ ਕਿਸੇ ਵੀ ਕੰਟਰੀ 'ਚ ਜਾਂਦੇ ਹੋ, ਤੁਸੀਂ ਯੂਨੀਵਰਸਿਟੀ ਸਵਿਚ ਕਰਦੇ ਹੋ, ਫੀਸ ਤਾਂ ਤੁਹਾਡੀ ਗਈ ਤੁਸੀਂ ਉਹ ਤਾਂ ਵਾਪਸ ਲੈ ਨਹੀਂ ਸਕਦੇ। ਉਸ ਤੋਂ ਬਾਅਦ ਤੁਸੀਂ ਨਵੀਂ ਯੂਨੀਵਰਸਿਟੀ ਵਿੱਚ ਵੀ ਜਾਂਦੇ ਹੋ, ਤੁਹਾਡੀ ਟ੍ਰਾਂਸਫਰ ਹੋਏਗੀ ਨਹੀਂ ਹੋਏਗੀ, ਔਰ ਉਹਦਾ ਪਹਿਲੀ ਯੂਨੀਵਰਸਿਟੀ ਨੂੰ ਕੋਈ ਖਾਸ ਲੈਣਾ ਦੇਣਾ ਨਹੀਂ ਹੁੰਦਾ। ਪਰ ਇੱਥੇ ਤੁਹਾਨੂੰ ਹਰ ਚੀਜ਼ ਦੀ ਟ੍ਰਾਂਸਫਰ ਹੈ ਬਿਕੋਜ਼ ਇਹ ਸਿਸਟਮ ਬੜਾ ਇੰਟੈਗ੍ਰੇਟਡ ਆਪਸ ਜੀ ਵਿੱਚ। ਬਹੁਤ ਅੱਛੇ। ਅਖੀਰ ਵਿੱਚ ਤੁਸੀਂ ਕੋਈ ਸਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਸਟੂਡੈਂਟਸ ਨੂੰ ਜਾਣ ਲਈ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਸਟੂਡੈਂਟ ਸਾਡੀ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਆ ਬਿਕੋਜ਼ ਇਕਲੌਤੀ ਚੀਜ਼ ਅਗਰ ਤੁਹਾਡੇ ਕੋਲ ਕੋਈ ਵੀ ਗੱਲਬਾਤ ਤੁਸੀਂ ਵੀਜ਼ਾ ਆਫਿਸਰ ਨਾਲ ਕਰਨੀ ਆ ਉਹਦੇ ਲਈ ਕਮਿਊਨੀਕੇਸ਼ਨ ਤੁਹਾਡਾ ਬਹੁਤ ਤਕੜਾ ਹਥਿਆਰ ਆ। ਸੋ ਸਟਾਰਟ ਕਮਿਊਨੀਕੇਟਿੰਗ, ਆਪਣੇ ਆਪ ਗੱਲਬਾਤ ਕਰਨੀ ਜ਼ਰੂਰ ਸ਼ੁਰੂ ਕਰੋ ਔਰ ਜਿੰਨੀ ਰਿਸਰਚ ਕਰ ਸਕਦੇ ਹੋ ਐਜੂਕੇਸ਼ਨ ਯੂਐਸ ਦੀ ਤੁਸੀਂ ਫੋਲੋ ਕਰ ਸਕਦੇ ਹੋ, YouTube ਦੇ ਉੱਪਰ ਸਰਚ ਕਰ ਸਕਦੇ ਹੋ ਤੁਸੀਂ, ਈਵਨ ਫੇਸਬੁੱਕ ਅਕਾਊਂਟਸ ਨੇ ਉਹਨਾਂ ਦੇ। ਸੋ ਉੱਥੇ ਤੁਸੀਂ ਲਗਾਤਾਰ ਉਹਨਾਂ ਨਾਲ ਲਾਈਕ ਆਪਣੀ ਜਾਣਕਾਰੀਆਂ ਸਾਂਝੀਆਂ ਕਰਦੇ ਰਹੋ ਔਰ ਇੰਟਰਵਿਊ ਪ੍ਰੈਪਰੇਸ਼ਨ ਖਾਸ ਕਰਕੇ ਜਿਸ ਤਰੀਕੇ ਨਾਲ ਕਿਹਾ ਕਿ ਉਹਦੀ ਕਮਿਊਨੀਕੇਸ਼ਨ ਉੱਪਰ ਖਾਸ ਜ਼ੋਰ ਦਿਓ। ਇੰਨਾ ਕਰ ਲਓਗੇ ਤਾਂ ਯੂਐਸ ਵੀਜ਼ਾ ਦੁਨੀਆ ਦੇ ਸਭ ਤੋਂ ਸੌਖੇ ਵੀਜ਼ਿਆਂ ਵਿੱਚੋਂ ਮੰਨਿਆ ਜਾਂਦਾ ਹੈ। ਜੀ ਬਹੁਤ ਅੱਛਾ ਸਰ ਅਰਵਿੰਦਰਪਾਲ ਸਿੰਘ ਜੀ, ਤੁਸੀਂ ਬੜੀ ਵਧੀਆ ਅਹਿਮ ਜਾਣਕਾਰੀ ਦਿੱਤੀ। ਕੋਵਿਡ ਤੋਂ ਬਾਅਦ ਕਿਉਂਕਿ ਸਾਡੇ ਸਟੂਡੈਂਟਸ ਜਿਹੜੇ ਆ ਬਹੁਤ ਵੱਡੀ ਗਿਣਤੀ ਵਿੱਚ ਬਾਹਰਲੇ ਮੁਲਕਾਂ ਵਿੱਚ ਜਾਣਾ ਚਾਹੁੰਦੇ ਆ, ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਮਰੀਕਾ ਜਿਹੜਾ ਇਸ ਵੇਲੇ ਉਹ ਖੁੱਲ੍ਹਿਆ ਹੋਇਆ ਸਟੂਡੈਂਟਸ ਲਈ ਖਾਸ ਕਰਕੇ। ਤੇ ਕੋਈ ਵੀ ਸਟੂਡੈਂਟਸ ਜੇ ਜਾਣਾ ਚਾਹੁੰਦਾ ਤੇ ਸਾਨੂੰ ਉਮੀਦ ਹੈ ਕਿ ਅੱਜ ਦੀ ਇਸ ਮੁਲਾਕਾਤ ਵਿੱਚ ਉਹਨਾਂ ਨੇ ਬਹੁਤ ਅਹਿਮ ਜਾਣਕਾਰੀ ਹਾਸਲ ਕੀਤੀ ਹੋਵੇਗੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ।